ਸ਼ੰਭੂ ਮੋਰਚੇ ਤੇ ਮੈਂ ਰੋਜ਼ ਸੁਣਦਾ ਸੀ ਇਹ ਲੀਡਰ ਵਿਕ ਜਾਣਗੇ, ਇਹ ਅੰਦਰ ਬੈਠ ਕੇ ਗੱਲ ਫੈਸਲਾ ਕਰ ਲੈਣਗੇ। ਤੁਸੀਂ 40 ਜਥੇਬੰਦੀਆਂ ਜਿਨ੍ਹਾਂ ਨੇ ਸਾਰੀ ਉਮਰ ਲਾਤੀ, ਤੂੰ ਉੱਥੋਂ ਉੱਠ ਕੇ ਬੰਬਈ ਤੋਂ ਆ ਕੇ ਤੂੰ ਕਹਿੰਦਾ ਵਿਕ ਜਾਣਗੇ। 26 ਜਨਵਰੀ ਨੂੰ ਜਿਹੜੇ ਪਹਿਲਾਂ ਬੜੇ ਭੁੜਕਦੇ ਸੀ ਨਾ, ਤੁਹਾਨੂੰ ਪਤਾ ਉਹਨਾਂ ਨੇ ਆਪਣੀ ਫੇਸਬੁੱਕ ਤੋਂ ਸਭ ਕੁਝ ਮਿਟਾਤਾ ਸੀ। ਇਹ ਤਾਂ ਹੁਣ ਦੁਬਾਰਾ ਭੁੜਕਣ ਲੱਗੇ ਨੇ। ਉਹ 26 ਜਨ ਤਾਂ ਸਭ ਕੁਝ ਮਿਟਾ ਕੇ ਭੱਜ ਗਏ ਸੀ ਵੀ ਯਾਰ ਕਿਤੇ ਆਪਣੀ ਨਾ ਆ ਜੇ। ਇੱਕ ਬੰਦੇ ਨਾਲ 20,000 ਬੰਦਾ ਹੋਵੇ, 50,000 ਹੋਵੇ। ਜਦੋਂ ਕਿਸਾਨੀ ਦਾ ਲੀਡਰ ਹੀ ਨਹੀਂ ਹੈ, ਕਿਸਾਨੀ ਦਾ ਅੰਦੋਲਨ ਹੀ ਨਹੀਂ ਹੈ, ਕਿਸਾਨੀ ਅੰਦੋਲਨ ਨੂੰ ਢਾਹ ਲਿਆ ਰਿਹਾ ਹੈ, ਉਹਨੂੰ ਅਸੀਂ ਕਿਉਂ ਵਿੱਚ ਵੜਨ ਦੇਵਾਂਗੇ? ਇੱਕ ਉਹ ਲੀਡਰ ਸੀਗੇ ਜਿਨ੍ਹਾਂ ਨੇ ਅੰਦੋਲਨ ਨੂੰ ਢਾਹ ਲਾਈ, ਉੱਥੇ ਝੰਡਾ ਚਲਾਇਆ ਤੇ ਭੱਜ ਗਏ, ਮੁੱਕਰਦੇ ਫਿਰੇ ਵੀ ਨਾ ਜੀ ਮੈਂ ਤਾਂ ਗਿਆ ਹੀ ਨਹੀਂ, ਮੇਰੀ ਤਾਂ ਵੀਡੀਓ ਦੇਖ ਲਓ, ਜਿਹਨੂੰ ਕਹਿੰਦੇ ਅੱਗ ਲਾਈ ਡੱਬੂ ਕੰਧੇ 'ਚ। ਤੇ ਦੂਜੇ ਮੈਂ ਤਾਂ ਜੀ ਪੁਲਿਸ ਦੀ ਮਦਦ ਕਰਨ ਗਿਆ ਸੀ, ਇੱਕ ਇਹ ਵੀ ਕਹਿਣ ਲੱਗ ਗਿਆ ਹੁਣ ਬੜਾ ਬਹਾਦਰ ਸੀ। ਰਕੇਸ਼ ਟਕੈਤ ਜੀ ਸਟੇਜ 'ਤੇ ਬੈਠੇ ਨੇ, ਉਹਨਾਂ ਨੇ ਉਸੇ ਵਕਤ ਫੈਸਲਾ ਲਿਆ। ਇਹ ਹੁੰਦੀ ਹੈ ਲੀਡਰਸ਼ਿਪ। ਕਹਿੰਦੇ ਮੈਂ ਉਹ ਖੁਦਕੁਸ਼ੀ ਕਰ ਲੂੰਗਾ ਪਰ ਮੈਂ ਇੱਥੋਂ ਜਾਣਾ ਨਹੀਂ, ਮੈਨੂੰ ਪਤਾ ਤੁਸੀਂ ਮੈਨੂੰ ਅਰੈਸਟ ਕਰਾ ਕੇ ਜਾ ਕੇ ਛੱਡ ਦੇਣਾ, ਇਹਨਾਂ ਨੂੰ ਮੈਨੂੰ ਪਤਾ ਤੁਸੀਂ ਕੀ ਕਰੋਗੇ। ਇਹ ਸੀ ਲੀਡਰੀ। ਕਹਿੰਦੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ। ਦੂਜੇ ਕੌਣ ਹੁੰਦੇ ਨੇ? ਜੇ ਤਾਂ ਪ੍ਰੇਮ ਖੇਡਣ ਦਾ ਚੌ ਸਿਰ ਤਰ ਕਦੀ ਕਦੀ ਮੁੜੀ, ਇਹ ਤਾਂ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਨ ਨਾ ਕੀ। ਜਿਹੜਾ ਸਿਰ ਦੇਣ ਤੋਂ ਕਾਨ ਕਰਦਾ ਉਹ ਫਿਰ ਪ੍ਰੇਮ ਦੀ ਗੇਮ ਨਹੀਂ ਖੇਡਦਾ। ਨੋਟਬੰਦੀ ਹੋਈ ਸੀ, ਉਦੋਂ ਵੀ ਲੱਖਾ ਸਿਧਾਂਤ ਸਿੱਧੂ ਇਸੇ ਮੁਲਕ 'ਚ ਸੀਗੇ, ਬੰਦਾ 100 ਮਰ ਗਿਆ ਸੀ, ਉਦੋਂ ਬੋਲੇ। ਉਹ ਵੀ ਬੜਾ ਵੱਡਾ ਮਸਲਾ ਸੀ, ਉਹਦੇ ਕਰ ਲੈਂਦੇ ਔਰਗੇਨਾਈਜ਼। ਫਿਰ ਉਸ ਤੋਂ ਬਾਅਦ GST ਲੱਗਿਆ, ਉਦੋਂ ਕਰ ਲੈਂਦੇ। ਫਿਰ ਆ ਕਰੋਨਾ ਵੇਲੇ ਇੰਨੇ ਮਜ਼ਦੂਰ ਚੱਲ ਕੇ ਗਏ, ਫਿਰ ਇਹ ਕਰ ਲੈਂਦੇ ਔਰਗੇਨਾਈਜ਼। ਉਹਨਾਂ ਨੂੰ ਕਿਸੇ ਨੇ ਰੋਕਿਆ ਸੀ? ਚਲੋ ਛੱਡੋ, ਨਹੀਂ ਕਰਨਾ ਸੀ। ਪੰਜਾਬ ਦੇ ਵਿੱਚ ਚਲਾ ਲੈਂਦੇ ਆਪਦੀ ਮੂਵਮੈਂਟ, ਇਹਨਾਂ ਨੇ ਚਲਾਈ ਕਿਉਂ ਨਹੀਂ? ਇਹ ਕਰੋਨਾ 'ਚ ਅੰਦਰ ਵੜ ਕੇ ਕਿਵੇਂ ਬਹਿ ਗਏ? ਮੈਂ ਇਹ ਕਹਿਣਾ ਵੀ ਜਿਹੜਾ ਲੱਖੇ ਸਿਧਾਂਤ ਦੇ ਚਾਚੇ ਦੇ ਬੇਟੇ ਨੂੰ ਫੜਿਆ ਹੈ ਵੀ ਅਸੀਂ ਜੀ ਮੈਂ ਪੰਜਾਬੀ ਯੂਨੀਵਰਸਿਟੀ ਪੇਪਰ ਦੇਣ ਆ ਰਿਹਾ ਸੀ ਲਾਅ ਦਾ, ਪਤਾ ਤੁਹਾਨੂੰ ਇਸ ਕਹਾਣੀ ਦਾ ਨਾ? ਤੇ ਵੀ ਮੈਨੂੰ ਰਸਤੇ 'ਚ ਫੜ ਲਿਆ, ਪਟਿਆਲੇ ਤੋਂ ਯੂਨੀਵਰਸਿਟੀ ਤੱਕ ਵਿਚਾਲਿਓਂ ਪੁਲਿਸ ਨੇ ਮੈਨੂੰ ਚੁੱਕ ਲਿਆ ਵੀ ਮੈਂ ਕਿਸੇ ਨਾਲ ਆ ਰਿਹਾ ਸੀ। ਉਹਨੇ ਮੈਨੂੰ ਕੁੱਟ ਕੇ ਉੱਥੇ ਸੁੱਟ ਗਈ ਅੰਬਾਲੇ। ਇਹ ਜਿਹੜੀ ਘਟਨਾ ਨਾ, ਮੈਨੂੰ ਇਹ ਕੋਈ ਹਜਮ ਹੋਣੀ ਔਖੀ, ਕਿਉਂਕਿ ਜੇ ਦਿੱਲੀ ਦੀ ਪੁਲਿਸ ਉਹਨੂੰ ਚੱਕੇਗੀ ਨਾ ਫਿਰ ਐਂ ਨਹੀਂ ਸੁੱਟ ਕੇ ਜਾਂਦੀ। ਤੁਸੀਂ ਮੈਨੂੰ ਦੱਸੋ ਇਹ ਲੱਖੇ ਸਿਧਾਣੇ ਦੇ ਚਾਚੇ ਦੇ ਮੁੰਡੇ ਤੋਂ ਦਿੱਲੀ ਦੀ ਪੁਲਿਸ ਨੇ ਕੀ ਲੈਣਾ ਹੈ? ਉਹਨੂੰ ਕੀ ਮਤਲਬ ਉਹਦੇ ਚੋਂ ਬਣੇ? ਚੰਗੇ ਆਗੂ ਹੋਰ ਲੀਡਰ ਬਣਾਉਂਦੇ ਹਨ, ਮਾੜੇ ਆਗੂ ਫੁੱਟ ਪਾਉਂਦੇ ਹਨ। ਇਹ ਗੱਲ ਉਹਨਾਂ ਨੇ ਕਿਉਂ ਕਹੀ ਹੈ? ਦੇਖੋ ਜੀ, ਗੱਲ ਇਹ ਹੈ, ਸ਼ਬਦ ਤਾਂ ਉਹੀ ਹੁੰਦੇ ਨੇ। ਮੈਨੂੰ ਤਾਂ ਲੱਗਦਾ ਰਵੀ ਸਿੰਘ ਜੀ ਆਪ ਹੀ ਇਹੀ ਕੁਛ ਕਰ ਰਹੇ ਨੇ। ਜਿਹੜੀ ਉਹ ਕਹਿੰਦੇ ਨੇ ਰਵੀ ਸਿੰਘ ਚੰਗੇ ਆਗੂ ਤਾਂ ਹੋਰ ਆਗੂ ਬਣਾਉਂਦੇ ਨਾ, ਚੰਗੇ ਆਗੂ ਤਾਂ ਉਹ ਬਣਾ ਦੇਣ ਕਿਸਾਨੀ 'ਚ ਹੋਰ ਆਗੂ, ਫੁੱਟ ਪਾਉਂਦੇ ਨੇ ਤਾਂ ਵੀ ਉਹਨੂੰ ਬਣਾਓ ਜੀ। ਨਹੀਂ, ਉਹਨਾਂ ਨੇ ਕਿਹਾ ਵੀ ਆ ਲੱਖੇ ਸਿਧਾਂਤ ਤੇ ਦੀਪ ਸਿੱਧੂ ਨੂੰ ਆਪਦੀ ਕਮੇਟੀ 'ਚ ਪਾਓ। ਇਹ ਰਵੀ ਸਿੱਧੂ ਨੇ ਆਪ ਬਿਆਨ ਦਿੱਤਾ ਹੈ। ਕਿਉਂ ਬਿਆਨ? ਸਵਾਲ ਹੋਈ ਵੀ ਕਿਉਂ? ਇਹ ਵੀ ਉਹਨਾਂ ਨਾਲ ਹੀ ਰਲੇ ਹੋਏ ਨੇ। ਇਹ ਇਹਨਾਂ ਦਾ ਪਿਛੋਕੜ ਕੱਢ ਕੇ ਦੇਖੋਗੇ, ਇਹ ਸਾਰੇ ਇੱਕੋ ਜਿਹੇ ਨੇ ਉਸ ਮਾਮਲੇ 'ਚ। ਪਰ ਹੁਣ ਜੇ ਤੁਸੀਂ ਰੋਹਿੰਗੀਆ 'ਚ ਜਾ ਕੇ ਪੰਗਤ ਕਰ ਰਹੇ ਹੋ ਤਾਂ ਉੱਥੇ ਥੋੜ੍ਹਾ ਵੀ ਰੋਹਿੰਗੀਆ ਨੂੰ ਤੁਸੀਂ ਕਹੋਗੇ ਤੁਹਾਡੇ ਫੈਸਲੇ ਵੀ ਅਸੀਂ ਕਰਾਂਗੇ। ਜੇ ਕਿਤੇ ਭੁਚਾਲ ਆ ਗਿਆ, ਉੱਥੇ ਤੁਸੀਂ ਪੰਗਤ ਕਰ ਰਹੇ ਹੋ ਤੇ ਤੁਸੀਂ ਉੱਥੇ ਵੀ ਕਹੋਗੇ ਵੀ ਇੱਥੇ ਹੁਣ ਅਸੀਂ ਫੈਸਲੇ ਵੀ ਅਸੀਂ ਕਰਾਂਗੇ। ਕੋਈ ਬੰਦਾ ਇਸ ਲੀਡਰਸ਼ਿਪ ਦੇ ਉੱਤੇ, ਇਹਦੀਆਂ ਗਲਤੀਆਂ 100 ਹੋ ਸਕਦੀਆਂ ਨੇ, ਕੋਈ ਬੰਦਾ ਇਹਨਾਂ 'ਤੇ ਦਾਗ ਲਾ ਕੇ ਆਹ ਰਵਨੀਤ ਬਿੱਟੂ ਕਾਂਗਰਸ ਦਾ MP, ਮੈਂ ਦੇਖਾਂਗਾ ਕੌਣ ਨਹੀਂ ਸਟੇਜ 'ਚ ਬੋਲ। ਤੂੰ ਕੌਣ ਹੈ? ਨਾ ਤੂੰ 3 'ਚ ਨਾ 13 'ਚ, ਤੂੰ ਦੱਸ ਕੌਣ ਹੈ ਕਹਿਣ ਵਾਲਾ ਵੀ ਮੈਂ ਦੇਖਾਂਗਾ ਵੀ ਇਹ ਬੋਲਣ ਕਿਵੇਂ ਨਹੀਂ ਦਿੰਦੇ? ਕਿ ਕਿਉਂ ਚੀਜ਼ਾਂ ਬੋਲਦੀਆਂ? ਕੋਈ ਬੁੱਧੀਜੀਵੀ ਬੋਲਦੇ ਨੇ, ਤੁਹਾਡੇ ਸਾਥੀ ਵੀ ਬੋਲਣਗੇ ਨਾਲ। ਇਹ ਚੀਜ਼ਾਂ ਦੱਸੋ, ਤੁਸੀਂ ਕੈਮਰੇ ਅੱਗੇ ਨਹੀਂ ਕਹਿਣੀਆਂ ਸੀ ਜੋ ਚੀਜ਼ਾਂ ਕਹਿ ਰਹੇ ਹੋ। ਜੇ ਕਿਸੇ ਨੇ ਮੇਰੇ ਗੋਲੀ ਮਾਰਨੀ ਤਾਂ ਮਾਰ ਦੇਣੀ ਹੈ। ਮੈਂ 73 ਸਾਲ ਦੀ ਉਮਰ ਤੋਂ ਰਹਿਣਾ ਕੀ ਹੈ? ਜਿੰਨਾ ਚਿਰ ਮੇਰੇ 'ਚ ਸਾਹ ਨੇ ਉਨਾ ਚਿਰ ਮੈਂ ਇਹ ਕਹਾਂਗਾ, ਕਹਿੰਦਾ ਰਹਾਂਗਾ, ਜਿਹਨੇ ਮੈਨੂੰ ਜੋ ਕਰਨਾ ਕਰ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਕਿਸਾਨੀ ਅੰਦੋਲਨ ਨੂੰ ਲੈ ਕੇ ਬੜੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ ਇਸ ਸਮੇਂ ਵੀ ਕਿਸਾਨੀ ਅੰਦੋਲਨ ਜਿਹੜਾ ਹੈ ਉਹ ਅੱਜ ਵੀ 3 ਬਿੱਲ ਉੱਪਰ ਹੀ ਖੜਾ ਹੈ ਵੀ 3 ਕਾਲੇ ਕਾਨੂੰਨ ਕਿਵੇਂ ਰੱਦ ਕਰਵਾਉਣੇ ਨੇ। ਉਸ ਲਈ ਬਾਅਦ ਚੋਂ ਕਈ ਸੋਸ਼ਲ ਮੀਡੀਆ ਚੀਜ਼ਾਂ ਚੱਲ ਪੈਂਦੀਆਂ ਨੇ, ਕਈ ਜਥੇਬੰਦੀਆਂ ਦੇ ਖਿਲਾਫ ਵੀ ਬੋਲਣ ਲੱਗ ਪੈਂਦਾ। ਉਸ ਤੋਂ ਬਾਅਦ ਕੋਈ ਵਿਅਕਤੀ ਵਿਸ਼ੇਸ਼ ਹੀ ਬਣ ਜਾਂਦਾ ਕਿ ਇੱਕ ਵਿਅਕਤੀ ਵਿਸ਼ੇਸ਼ ਨੂੰ ਜਗ੍ਹਾ ਦੇਣੀ ਚਾਹੀਦੀ ਉੱਥੇ, ਕਿ ਇੱਕ ਵਿਅਕਤੀ ਵਿਸ਼ੇਸ਼ ਨੂੰ ਨਾਲ ਲੈਣਾ ਚਾਹੀਦਾ। ਜਦੋਂ ਚੀਜ਼ਾਂ ਇਸ ਪਾਸੇ ਪੈ ਜਾਂਦੀਆਂ ਨੇ ਕਿ ਜੇ ਅਸੀਂ ਆਪਦੇ ਵੱਲ ਸੋਚ ਕੇ ਦੇਖੀਏ, ਅਸੀਂ ਜੋ ਕਿਸਾਨੀ ਅੰਦੋਲਨ ਨੂੰ ਠੱਲ ਪਾ ਰਹੇ ਹਾਂ, ਜਦੋਂ ਗੱਲ ਇੱਕ ਵਿਅਕਤੀ 'ਤੇ ਚਲੀ ਜਾਂਦੀ ਹੈ ਜਾਂ 2 ਵਿਅਕਤੀਆਂ 'ਤੇ ਚਲੀ ਜਾਂਦੀ ਹੈ, ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਕਾਲੇ ਕਾਨੂੰਨ ਰੱਦ ਕਰਵਾਉਣੇ ਨੇ ਕਿ ਕਿਸੇ ਪਿੱਛੇ ਲੱਗ ਕੇ ਇਹ ਚੀਜ਼ਾਂ ਕਹਿਣੀਆਂ ਨੇ ਕਿ ਇਹ ਵਿਅਕਤੀ ਬੋਲੇਗਾ ਜਾਂ ਨਹੀਂ ਬੋਲੇਗਾ। ਜਦੋਂ ਇੱਕ ਵਿਅਕਤੀ ਦੇ ਪੂਰਾ ਅੰਦੋਲਨ ਫੋਕਸ ਹੋ ਜਾਂਦਾ ਤਾਂ ਸਮਝ ਲਓ ਕਿ ਉਸ ਨੂੰ ਢਾਹ ਲੱਗਣੀ ਸ਼ੁਰੂ ਹੋ ਜਾਂਦੀ ਹੈ। ਨੌਜਵਾਨਾਂ ਦੇ ਰੋਲ ਨੂੰ ਇੱਥੋਂ ਜੋ ਕਿ ਨੌਜਵਾਨਾਂ ਨੇ ਕੀਤਾ ਉਸ ਨੂੰ ਨਿੰਦਿਆ ਨਹੀਂ ਜਾ ਸਕਦਾ। ਨੌਜਵਾਨਾਂ ਨੇ ਜੋਸ਼ ਦੇ ਨਾਲ ਇੱਥੋਂ 26 ਨਵੰਬਰ ਤੋਂ ਚੱਲੇ ਸੀ, ਸਾਰੇ ਬੈਰੀਕੇਡ ਪੁੱਟੇ ਸੀ, ਜੋ ਕਿ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੇ ਸੀ। ਪਰ ਹੁਣ
ਜੋ ਚਰਚਾ ਹੋ ਰਹੀ ਹੈ ਕਿ ਜਿਸ ਤਰੀਕੇ ਨਾਲ ਅਲੱਗ-ਅਲੱਗ ਤਰੀਕਿਆਂ ਨੂੰ ਘੋਲ ਦੇ ਵਿੱਚ ਨੌਜਵਾਨ ਵੀ ਬਣਾ ਦਿੱਤਾ ਜਾਂਦਾ ਤੇ ਬਜ਼ੁਰਗ ਵੀ ਬਣਾ ਦਿੱਤੇ ਜਾਂਦੇ ਨੇ। ਇਹ ਚੀਜ਼ਾਂ ਆਈਆਂ ਕਿੱਥੋਂ ਨੇ? ਕਿ ਵਾਕਈ ਸਰਕਾਰ ਵੀ ਇਹੀ ਚਾਹੁੰਦੀ ਸੀ ਕਿ ਸਾਨੂੰ ਫੋਕਸ ਤੇ ਕਾਨੂੰਨ ਤੇ ਰੱਖਣਾ ਚਾਹੀਦਾ ਕਿ ਵਿਅਕਤੀ ਵਿਸ਼ੇਸ਼ ਤੇ ਨਹੀਂ। ਜਦੋਂ ਘੋਲ ਚੱਲ ਰਹੇ ਹੁੰਦੇ ਨੇ ਸਰਕਾਰ ਵੀ ਬੜੇ ਇੱਥੇ ਬੰਦੇ ਫਿੱਟ ਕਰ ਦਿੰਦੇ ਨੇ ਕਿ ਇਸ ਘੋਲ ਨੂੰ ਖਤਮ ਕੀਤਾ ਜਾਵੇ। ਉਹਦੇ ਇਸ ਘੋਲ ਦੀ ਇੱਕੋ ਖੂਬਸੂਰਤੀ ਹੈ ਕਿ ਇਸ ਵਿੱਚ ਭਾਰਤ ਦੇ ਅਲੱਗ-ਅਲੱਗ ਸੂਬਿਆਂ ਦੇ ਲੋਕ ਆ ਕੇ ਬੈਠੇ ਨੇ। ਤੇ ਕਿਉਂ ਕਹਿ ਦਿੱਤਾ ਜਾਂਦਾ ਹੈ ਕਿ ਇਕੱਲੇ ਪੰਜਾਬ ਤੇ ਸਿੱਖਾਂ ਦਾ ਅੰਦੋਲਨ ਹੈ? ਇਸ ਸਵਾਲਾਂ ਨੂੰ ਘੋਲਣ ਦੀ ਲੋੜ ਹੈ ਵੀ ਇਹ ਸਵਾਲ ਕਿਹੜੇ ਪਾਸੇ ਚਲੇਗੀ। ਉਹ ਚਰਚਾ ਅੱਜ ਸਾਨੂੰ ਕਿਹੜੇ ਪਾਸੇ ਲੈ ਕੇ ਜਾ ਰਹੀ ਹੈ। ਆਉਣ ਵਾਲਾ ਇਤਿਹਾਸ ਕੀ ਦੱਸੂਗਾ ਜਦੋਂ ਘੋਲ ਖਤਮ ਹੋਊਗਾ ਵੀ ਕਿਹੜੇ-ਕਿਹੜੇ ਵਿਅਕਤੀਆਂ ਨੇ ਕੀ ਰੋਲ ਅਦਾ ਕੀਤਾ ਸੀ। ਸਾਡਾ ਮੌਜੂਦ ਡਾਕਟਰ ਪਿਆਰੇ ਲਾਲ ਗਰਗ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸ਼ੁਰੂਆਤ ਕਰਾਂਗੇ ਕਿ ਘੋਲ ਵਿੱਚ ਜਦੋਂ ਕਿਸੇ ਵੀ ਵਿਅਕਤੀ ਨੂੰ ਵਿਸ਼ੇਸ਼ ਬਣਾ ਦਿੱਤਾ ਜਾਂਦਾ ਹੈ ਕਿ ਅੰਦੋਲਨ ਨੂੰ ਫਿਰ ਸੱਟ ਕਿਵੇਂ ਲੱਗਦੀ ਹੈ। ਡਾਕਟਰ ਪਿਆਰੇ ਲਾਲ ਗਰਗ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਬਈ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਵੀ ਬੜੇ ਘੋਲ ਦੇਖੇ ਨੇ, ਤੁਸੀਂ ਵੀ ਘੋਲ ਕਰੇ ਨੇ, ਪ੍ਰੋਟੈਸਟ ਵੀ ਕੀਤੇ ਨੇ। ਜਦੋਂ ਅੰਦੋਲਨ ਨੂੰ ਤੁਸੀਂ ਬੜੇ ਕਿੱਸੇ ਵੀ ਦੱਸਦੇ ਹੁੰਦੇ ਹੋ ਕਿ ਅੰਦੋਲਨ ਵਿੱਚ ਆ ਕੇ ਕੋਈ ਵਿਅਕਤੀ ਬੋਲ ਨਹੀਂ ਸਕਦਾ, ਅੰਦੋਲਨ ਕਿਸੇ ਸਾਰੇ ਹੁੰਦਾ, ਉਹਦੇ ਵਿੱਚ ਕਿਸੇ ਵਿਅਕਤੀ ਨੂੰ ਕਿਸੇ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ। ਜਦੋਂ ਅੰਦੋਲਨ ਚੱਲਦਾ ਹੋਵੇ ਤਾਂ ਕੀ ਵਾਕਈ ਹੀ ਉਹਨਾਂ ਨੂੰ ਕਿਸੇ ਵਿਅਕਤੀ ਵਿਸ਼ੇਸ਼ ਦੇ ਤੌਰ ਤੇ ਬਣਾ ਦੇਣਾ ਚਾਹੀਦਾ? ਜੇ ਬਣਾ ਦਿੰਦੇ ਆ ਤੇ ਸਾਨੂੰ ਘਾਟਾ ਕੀ ਪੈਂਦਾ? ਦੇਖੋ ਗੱਲ ਇਹ ਹੈ ਵਿਜੇ ਜੀ, ਜਿਹੜਾ ਕੋਈ ਵੀ ਅੰਦੋਲਨ ਹੈ ਉਹ ਹਮੇਸ਼ਾ ਇੱਕ ਤਾਂ ਕਲੈਕਟਿਵ ਲੀਡਰਸ਼ਿਪ ਯਾਨੀ ਕਿ ਸਮੂਹਿਕ ਲੀਡਰਸ਼ਿਪ ਨਾਲ ਚੱਲਦਾ। ਉਹਦੀ ਅਗਵਾਈ ਸਮੂਹਿਕ ਲੀਡਰਸ਼ਿਪ ਕਰੇ ਕਿਉਂਕਿ ਹਰ ਤਰ੍ਹਾਂ ਦੇ ਵਿਚਾਰ ਆਉਂਦੇ ਨੇ, ਉਹਦੇ 'ਚ ਚਰਚਾ ਹੋ ਜਾਂਦੀ ਹੈ। ਅਤੇ ਦੂਜੀ ਉਹ ਲੋਕਾਂ ਦੇ ਨਾਲ ਇੱਕ ਮਿਕ ਹੋ ਕੇ ਕਰੇ। ਹੁਣ ਜੇ ਉਹਦੇ 'ਚੋਂ ਕੋਈ ਇੱਕ ਵਿਅਕਤੀ, ਚਾਹੇ ਉਹ ਸਿਆਣਾ ਜਿੰਨਾ ਮਰਜ਼ੀ ਹੋਵੇ, ਚਾਹੇ ਉਹ ਕੁਰਬਾਨੀ ਜਿੰਨੀ ਮਰਜ਼ੀ ਕਰਦਾ ਹੋਵੇ, ਚਾਹੇ ਉਹਦੇ 'ਚ ਸੈਂਕੜੇ ਗੁਣ ਵੀ ਹੋਣ, ਇੱਕ ਵਿਅਕਤੀ ਇਕੱਲਾ ਵੱਡੇ ਅੰਦੋਲਨ ਨਹੀਂ ਚਲਾ ਸਕਦਾ ਹੁੰਦਾ। ਅਤੇ ਜੇ ਉਹਨੂੰ ਵਿਸ਼ੇਸ਼ ਬਣਾ ਦਿੱਤਾ ਜਾਵੇ ਤਾਂ ਉਹਦੇ ਵੱਲੋਂ ਗਲਤੀਆਂ ਕਰਨ ਦੇ ਬੜੇ ਚਾਂਸਸ ਹੁੰਦੇ ਨੇ ਕਿਉਂਕਿ ਇੱਕ ਤਾਂ ਉਹਦੇ ਹੰਕਾਰ ਆ ਸਕਦਾ, ਦੂਜੀ ਗੱਲ ਉਹ ਕਿਸੇ ਦੀ ਗੱਲ ਨਾ ਸੁਣੇ, ਉਹਨੂੰ ਕੋਈ ਦੱਸਣ ਤੋਂ ਵੀ ਡਰਦੇ ਨੇ। ਫਿਰ ਉਹ ਜਿਹੜਾ ਹੈ ਕਿਉਂਕਿ ਆਪਣੇ ਆਪ 'ਚ ਕਰਦਾ, ਆਪਣੇ ਆਪ 'ਚ ਕਰਦੇ ਹੋਏ ਗਲਤੀਆਂ ਕਰਦਾ। ਕਈ ਉਹਦੇ ਨੇੜੇ ਚਲੇ ਜਾਂਦੇ ਨੇ, ਫਿਰ ਨੇੜੇ ਉਹ ਉਹਦੇ ਕੰਨ 'ਚ ਫੂਕ ਮਾਰਦੇ ਨੇ। ਉਹਦੇ ਕਈ ਵਾਰ ਉਹਨਾਂ ਦਾ ਆਪਦਾ ਵੈਸਟਡ ਇੰਟਰਸਟ ਹੁੰਦਾ। ਇਸੇ ਤਰ੍ਹਾਂ ਹੀ ਕਈ ਵਾਰੀ ਸਰਕਾਰੀ ਏਜੰਸੀ ਜਿਹੜੀ ਵਿਰੋਧੀ ਧਿਰ ਹੈ, ਮੈਂ ਕੱਲੀ ਸਰਕਾਰ ਨਹੀਂ ਕਹਾਂਗਾ, ਜਿਹੜੀ ਵਿਰੋਧੀ ਧਿਰ ਹੈ ਉਹ ਵੀ ਕੋਸ਼ਿਸ਼ ਕਰਦੀ ਹੈ ਵੀ ਹੁਣ ਆਹ ਇਕੱਲਾ ਬੰਦਾ ਹੈ, ਇਹਨੂੰ ਆਪਾਂ ਹੈਂਡਲ ਕਰ ਲਓ, ਇਹਦੇ ਨਾਲ ਕੋਈ ਗੱਲ ਹੋ ਜਾਏਗੀ। ਸੋ ਉਹਦੇ ਵਿੱਚ ਫਿਰ ਨੁਕਸ ਪੈਣ ਦੇ ਡਰ ਰਹਿੰਦੇ ਨੇ। ਪਰ ਇਹ ਜਿਹੜਾ ਕੁਛ ਇੱਕ ਐਸਾ ਐਲੀਮੈਂਟ ਸੀ, ਕਿਸਾਨੀ ਜਥੇਬੰਦੀ ਨੇ ਇਹ ਤਾਂ ਦੇਖ ਲਿਆ ਵੀ ਅਸੀਂ ਸਿਆਸਤਦਾਨਾਂ ਨੂੰ ਨਹੀਂ ਆਉਣ ਦੇਣਾ। ਕਿਸਾਨੀ ਜਥੇਬੰਦੀ ਕਿਤੇ ਨਾ ਕਿਤੇ ਉਕਾਈ ਕਰ ਗਈ ਵੀ ਜਿਹੜੇ ਨੌਜਵਾਨ ਕਹਿੰਦੇ ਨੇ ਆਪਦੇ ਆਪ ਨੂੰ, ਆਏ ਵੀ ਇਸੇ ਏਮ ਨਾਲ ਨੇ। ਏਮ ਇਹਨਾਂ ਦਾ ਵੀ, ਨਿਸ਼ਾਨਾ ਇਹਨਾਂ ਦਾ ਵੀ ਇਹੀ 2022 ਦੀਆਂ ਚੋਣਾਂ ਹੈ। ਕਿਉਂਕਿ ਤੁਸੀਂ ਮੈਨੂੰ ਦੱਸੋ ਹਰਿਆਣੇ ਦੇ ਵਿੱਚੋਂ ਕਿਉਂ ਨਾ ਆ ਗਏ ਇੱਦਾਂ ਦੇ, ਹਿਮਾਚਲ 'ਚੋਂ ਕਿਉਂ ਨਾ ਆ ਗਏ, ਯੂਪੀ 'ਚੋਂ ਕਿਉਂ ਨਾ ਆ ਗਏ, ਹੁਣ ਵੀ ਰਾਜਸਥਾਨ 'ਚੋਂ ਇੱਦਾਂ ਦੇ ਕਿਉਂ ਨਾ ਆ ਗਏ? ਇਹ ਪੰਜਾਬ ਦੀਆਂ 2022 ਦੀਆਂ ਚੋਣਾਂ ਨੂੰ ਫੋਕਸ ਕਰਕੇ ਫਿਰ ਉਹਨਾਂ ਨੇ ਇੱਕ ਅੱਧਾ ਹਰਿਆਣੇ ਦਾ ਰਲਾ ਲਓ, ਇੱਕ ਅੱਧਾ ਯੂਪੀ ਦਾ ਰਲਾ ਲਓ, ਹੁੰਦਾ ਹੀ ਨਹੀਂ ਇੱਦਾਂ ਤਾਂ ਬੰਦੇ ਤਾਂ ਕਿਤੇ ਵੀ ਮਿਲ ਜਾਂਦੇ ਨੇ। ਸੋ ਜਿਹੜਾ ਚੱਕਵੇਂ ਐਕਸ਼ਨ ਦੀ ਗੱਲ ਕਰਨੀ ਹੈ, ਕਿਸਾਨਾਂ ਨੇ ਲੰਬਾ ਘੋਲ ਲੜਨਾ। ਅਸਲ 'ਚ ਜਿਹੜੇ ਚੱਕਵੇਂ ਐਕਸ਼ਨ ਦੀ ਗੱਲ ਕਰਦੇ ਨੇ, ਜਿਨ੍ਹਾਂ ਨੂੰ ਨੌਜਵਾਨ ਕਹਿੰਦੇ, ਘੁਸਪੈਠੀਏ ਨੇ ਮੇਰੇ ਹਿਸਾਬ ਨਾਲ। ਉਹ ਆਪਣੀ ਸਿਆਸਤ, ਆਪਣੀ ਤਾਕਤ ਦਿਖਾਉਣ ਵਾਸਤੇ ਉਹ ਕਿਸੇ ਵੀ ਘੋਲ 'ਚ ਜਾਣ ਨੂੰ ਤਿਆਰ ਨਹੀਂ। ਜੇ ਉਹਨਾਂ ਨੇ ਕਿਸਾਨਾਂ ਦੀ ਮਦਦ ਕਰਨੀ ਆ, ਉਹ ਜਾਣ, ਜੋ ਕਿਸਾਨ ਕਹਿਣ ਉਹ ਕਰਨ। ਕਿਸਾਨਾਂ ਦੀ ਮਦਦ ਕਰਨ ਵਾਲੇ ਜਾ ਸਕਦੇ, ਤੁਸੀਂ ਇਹ ਨਹੀਂ ਥੋਪ ਸਕਦੇ ਕਿ ਤੁਹਾਨੂੰ ਵੀ ਨਾਲ ਲੈ ਲੈਣ ਕਿਸਾਨ, ਵੀ ਤੁਹਾਨੂੰ ਮੀਟਿੰਗ ਵਿੱਚ ਲੈਣ। ਹਾਂ, ਤੁਹਾਨੂੰ ਨਾਲ ਲਓ ਜੀ, ਤੁਹਾਨੂੰ ਫੈਸਲਾ, ਤੁਸੀਂ ਕੌਣ ਹੋ ਫੈਸਲਾ ਕਰਨ ਵਾਲੇ? ਤੁਹਾਡੀ ਕੋਈ ਸਟੇਕ ਹੀ ਨਹੀਂ। ਜਿਹਨੂੰ ਆਪਾਂ ਕਹਿੰਦੇ ਆ ਵੀ ਤੁਹਾਡਾ ਤਾਂ ਕੋਈ ਹਾਨੀ ਲਾਭ ਹੋਣਾ ਨਹੀਂ, ਨਾ ਤੁਹਾਡੀ ਜ਼ਮੀਨ ਜਾਣੀ ਹੈ, ਨਾ ਤੁਹਾਡੀ ਫਸਲ ਵਿਕਣ ਦਾ ਝਗੜਾ ਹੈ, ਨਾ ਤੁਹਾਡੇ ਜੇਲ੍ਹ ਜਾਣ ਦਾ ਵੀ ਸਵਾਲ ਹੈ ਕਿਉਂਕਿ ਤੁਸੀਂ ਇਕੱਲੇ, ਤੁਹਾਡਾ ਤਾਂ ਸਿਸਟਮ ਹੀ ਹੋ ਰਿਹਾ। ਸੋ ਜਿਨ੍ਹਾਂ ਕਿਸਾਨਾਂ ਨੇ, ਅੱਛਾ ਫਿਰ ਅਗਲੀ ਗੱਲ, ਕਿਸਾਨ ਤਾਂ ਇੰਨੀਆਂ ਔਰਤਾਂ, ਇੰਨੇ ਲੋਕਾਂ ਨੂੰ ਨਾਲ ਲੈ ਕੇ ਰਹੇ ਨੇ, 2-2 ਮਹੀਨੇ ਉਰੇ ਪੰਜਾਬ 'ਚ ਸਟਰਗਲ ਕਰਿਆ, ਸਾਰਾ ਉਮਰ ਉਹਨਾਂ ਨੂੰ ਸਟਰਗਲ ਕਰਦਿਆਂ ਨੂੰ ਹੋ ਗਈ। ਉਹ ਤੁਹਾਡੇ ਕਹੇ ਤੋਂ ਕਿਉਂ ਮੰਨਣ? ਤੁਸੀਂ ਵਿੱਚ ਪਾਉਣਾ ਸ਼ੁਰੂ ਕਰਤਾ। ਜਿਹੜਾ ਉੱਥੇ ਲੰਗਰ ਲਾਉਂਦਾ ਉਹ ਕਹਿੰਦਾ ਮੈਂ ਕਹਿਣਾ, ਮੇਰੇ ਕਹੇ ਤੋਂ ਤੁਸੀਂ ਇਹਨਾਂ ਨੂੰ ਵਿੱਚ ਪਾਓ। ਆਹ ਰਵਨੀਤ ਬਿੱਟੂ ਕਾਂਗਰਸ ਦਾ MP, ਮੈਂ ਦੇਖਾਂਗਾ ਕੌਣ ਨਹੀਂ ਸਟੇਜ 'ਚ ਬੋਲ, ਵੀ ਤੂੰ ਕੌਣ ਹੈ? ਨਾ ਤੂੰ 3 'ਚ ਨਾ 13 'ਚ, ਤੂੰ ਦੱਸ ਕੌਣ ਹੈ ਕਹਿਣ ਵਾਲਾ ਵੀ ਮੈਂ ਦੇਖਾਂਗਾ ਵੀ ਇਹ ਬੋਲਣ ਕਿਵੇਂ ਨਹੀਂ ਦਿੰਦੇ। ਇਹੋ ਜਿਹੇ ਬਿਆਨ ਜਦ ਬਿਆਨਬਾਜ਼ੀ ਕਰਦੇ ਨੇ, ਉਹ ਕਿਸਾਨ ਸਿਆਣੇ ਸੀ ਵੀ ਇਹਨਾਂ ਬਿਆਨਾਂ 'ਤੇ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਸਾਨੂੰ ਪਤਾ ਵੀ ਅਸੀਂ ਆਪਦਾ ਕੰਟਰੋਲ ਕਰ ਲੈਣਾ। ਪਰ ਗਲਤੀ ਉਹਦੇ 'ਚ ਇਹ ਹੋਈ, ਜਿਵੇਂ ਕਿਸੇ ਜ਼ਮਾਨੇ ਦੇ ਵਿੱਚ ਜਿਹੜਾ ਇੱਥੇ ਧਰਮ ਯੁੱਧ ਮੋਰਚਾ ਲਾਇਆ ਸੀ ਅਕਾਲੀ ਦਲ ਨੇ, ਉਹਨੇ ਵੀ ਇੱਕ ਨਰਮੀ ਰੱਖੀ ਸੀ ਇਹਨਾਂ ਗੱਲਾਂ 'ਤੇ, ਉਹ ਨਰਮੀ 'ਚੋਂ ਮਾਰ ਖਾਧੀ। ਇਹੀ ਨਰਮੀ ਕਿਸਾਨੀ ਲੀਡਰਸ਼ਿਪ ਨੇ ਨੌਜਵਾਨਾਂ ਪ੍ਰਤੀ ਰੱਖੀ, ਜਿਹੜੇ ਆਪਣੇ ਆਪ ਨੂੰ ਨੌਜਵਾਨ ਕਹਿੰਦੇ ਸੀ। 95% ਨੌਜਵਾਨ ਤਾਂ ਉਹਨਾਂ ਨਾਲ ਵੈਸੀ ਸੀਗੇ, 5% ਇਹ ਜਿਹੜੇ ਘੁਸਪੈਠ ਕਰਕੇ ਵੀ ਅਸੀਂ ਆਪਣੀ ਤਾਕਤ, ਆਪਦੇ ਵੈਸਟਡ ਇੰਟਰਸਟ, ਜਿਹਨੂੰ ਅਸੀਂ ਕਹਿੰਦਾ ਆਪਦੇ ਹਿੱਤਾਂ, ਨਿੱਜੀ ਹਿੱਤਾਂ ਵਾਸਤੇ ਗਏ ਸੀ। ਉਹਨਾਂ ਨੇ ਆਪਦੇ ਤਰੀਕੇ ਨਾਲ ਉਸ ਘੋਲ ਨੂੰ, ਮੈਂ ਤੁਹਾਨੂੰ ਹੁਣ ਦੱਸ ਦਿੰਦਾ, ਅਸੀਂ ਰੋਜ਼ ਦੇਖਦੇ ਹਾਂ ਜਿੱਥੇ ਵੀ ਕੋਈ ਇਕੱਠ ਹੈ, ਜੇ ਕੋਈ ਬੰਦਾ
4 ਬੰਦਿਆਂ ਤੋਂ ਉੱਥੇ ਨਾਅਰੇ ਲਵਾ ਗਏ ਕਿ ਵੀ ਉਹ ਆਪਦੀ ਮਰਜ਼ੀ ਕਰਾਉਣਾ ਚਾਹੁੰਦਾ, ਉਹਨੂੰ ਮਾਰਕ ਕਰਕੇ ਰੱਖੋ ਵੀ ਇਹਨੂੰ ਹੁਣ ਵੜਨ ਨਹੀਂ ਦੇਣਾ। ਜਿਹੜਾ ਬੰਦਾ ਤੁਹਾਡੇ ਘੋਲ 'ਚ ਆ ਕੇ ਤੁਹਾਡੇ ਉਲਟ ਨਾਅਰੇ ਲਵਾ ਰਿਹਾ ਲੀਡਰਸ਼ਿਪ ਦੇ, ਉਹ ਤੁਹਾਡੇ ਘੋਲ ਨਾਲ ਸਹਿਮਤ ਨਹੀਂ। ਫਿਰ ਇਹ ਨਾ ਸੋਚੋ ਵੀ ਘੋਲ ਦੀ ਗੱਲ ਕਰ ਰਿਹਾ, ਉਹਦਾ ਤਾਂ ਆਪਦਾ ਕੋਈ ਹਿੱਤ ਹੈ। ਜੇ ਸ਼ੰਭੂ ਦੇ ਉੱਤੇ ਮੋਰਚਾ ਇਹਨੇ ਲਾਇਆ, ਦੀਪ ਨੇ ਗਵਈਆਂ ਨਾਲੋਂ ਵੱਖਰਾ ਹੋਇਆ। ਸਾਰੇ ਆਰਟਿਸਟ ਨੇ, ਉਹ ਤਕੜੇ ਆਰਟਿਸਟ ਨੇ, ਕੋਈ ਐਂ ਤਾਂ ਹੈ ਨਹੀਂ ਵੀ ਕੱਲਾ ਦੀਪ ਸਿੱਧੂ ਹੀ ਆਰਟਿਸਟ ਬਥੇਰੇ ਨੇ। ਉਹ ਆਰਟਿਸਟਾਂ ਦੇ ਨਾਲ ਫੈਸਲਾ ਹੋਣ ਦੇ ਬਾਵਜੂਦ ਇਹਨੇ ਇਕੱਲੇ ਨੇ ਲਾਇਆ। ਫਿਰ ਉਹਨਾਂ ਦੀ ਆਪਸ ਵਿੱਚ ਤੁਹਾਨੂੰ ਪਤਾ ਝਗੜੇ ਬਥੇਰੇ ਆਉਂਦੇ ਰਹੇ। ਫਿਰ ਉਹਦੇ ਉੱਤੇ ਇੱਕ ਦਿਨ ਖਾਲਿਸਤਾਨ ਦੇ ਨਾਅਰੇ ਲੱਗੇ। ਫਿਰ ਇਹਨਾਂ ਨੇ ਪੁਲਿਸ 'ਤੇ ਕੇਸ ਰਜਿਸਟਰ ਕਰਾਤਾ ਪੁਲਿਸ 'ਚ। ਫਿਰ ਜਿਹੜੇ ਪਿੱਛੇ ਬੈਠੇ ਸੀ, ਜਿਨ੍ਹਾਂ ਨੇ ਇਹਨੂੰ ਇੱਥੇ ਲਾਇਆ ਹੋਇਆ ਸੀ, ਉਹਨਾਂ ਨੇ ਖਿਚਾਈ ਕਰੀ। ਮੁੜ ਕੇ ਫਿਰ ਉੱਥੇ ਰੋਜ਼ ਹੀ ਨਾਅਰੇ। ਸ਼ੰਭੂ ਮੋਰਚੇ ਦੇ ਉੱਤੇ ਛੱਡੋ ਤੁਸੀਂ ਸਿੰਘੂਪੁਰ ਦੀ ਗੱਲ, ਸ਼ੰਭੂ ਮੋਰਚੇ 'ਤੇ ਮੈਂ ਰੋਜ਼ ਸੁਣਦਾ ਸੀ ਇਹ ਲੀਡਰ ਵਿਕ ਜਾਣਗੇ, ਇਹ ਅੰਦਰ ਬੈਠ ਕੇ ਗੱਲ ਫੈਸਲਾ ਕਰ ਲੈਣਗੇ। ਤੁਸੀਂ 40 ਜਥੇਬੰਦੀਆਂ ਜਿਨ੍ਹਾਂ ਨੇ ਸਾਰੀ ਉਮਰ ਲਾਤੀ, ਤੂੰ ਉੱਥੋਂ ਉੱਠ ਕੇ ਬੰਬਈ ਤੋਂ ਆ ਕੇ ਤੂੰ ਕਹਿੰਦਾ ਵਿਕ ਜਾਣਗੇ, ਇਹਨਾਂ ਨੇ ਲੱਤਾਂ 'ਚ ਜਾਨ ਨਹੀਂ। ਇਹ ਤਾਂ ਅੰਦਰ ਬੈਠ ਕੇ ਫੈਸਲਾ ਕੀ ਮਤਲਬ? ਇੱਥੇ ਕਿਸਾਨ ਭਵਨ 'ਚ ਐਡੀ ਮੀਟਿੰਗ ਹੁੰਦੀ ਸੀ, ਸਾਰੇ ਆਪਦੀਆਂ ਜਥੇਬੰਦੀਆਂ ਮੀਟਿੰਗਾਂ ਕਰਦੀਆਂ ਸੀ, ਇਕੱਠੀ ਮੀਟਿੰਗ ਕਰ। ਹੋਰ ਤੁਹਾਡੇ ਖਿਆਲ 'ਚ ਵੀ ਲੱਖਾਂ ਬੰਦੇ 'ਚ ਫੈਸਲਾ ਹੁੰਦਾ ਕੋਈ ਆਰਗੇਨਾਈਜੇਸ਼ਨ ਨਹੀਂ ਫੈਸਲੇ ਤਾਂ ਕਰਦੀ ਹੈ। ਹੁਣ ਜੇ ਆਪਾਂ ਕਹਿ ਦਈਏ ਵੀ ਭਾਰਤ ਦੀ ਪਾਰਲੀਮੈਂਟ ਨਹੀਂ ਕਰੂਗੀ ਫੈਸਲੇ, ਭਾਰਤ ਦੇ ਲੋਕ ਕਰਨਗੇ। ਬਈ ਲੋਕਾਂ ਨੇ ਪਾਰਲੀਮੈਂਟ ਚੁਣੀ ਹੋਈ ਹੈ, ਕਾਨੂੰਨ ਪਾਰਲੀਮੈਂਟ 'ਚ ਹੀ ਬਣਦੇ ਨੇ ਨਾ। ਜੇ ਕੋਈ ਆਖੇ ਵੀ ਮੈਂ ਜਾ ਕੇ ਕਹਾਂ ਵੀ ਮੈਂ ਬਹੁਤ ਸਿਆਣਾ ਜੀ, ਮੈਂ ਪਾਰਲੀਮੈਂਟ 'ਚ ਬੋਲੂੰਗਾ, ਮੈਨੂੰ ਕਿਵੇਂ ਬੋਲਣ ਦੇਣਗੇ? ਮੈਨੂੰ ਬੋਲਣ ਦਾ ਅਧਿਕਾਰ ਹੀ ਨਹੀਂ ਉੱਥੇ। ਸੋ ਜਿਹੜੇ ਬੰਦੇ ਨੂੰ ਜਿੱਥੇ ਅਧਿਕਾਰ ਨਾ ਹੋਵੇ, ਜੇ ਉਹ ਧੱਕੇ ਨਾਲ ਆਉਣ ਦੀ ਕੋਸ਼ਿਸ਼ ਕਰੇ, ਤੇ ਸਮਝ ਲੈਣਾ ਚਾਹੀਦਾ ਵੀ ਇਹਦਾ ਕੋਈ ਹਿੱਤ ਹੈ ਨਹੀਂ, ਉਹਨੂੰ ਜਾਣ ਦੀ ਕੀ ਲੋੜ ਉੱਥੇ। ਤੁਸੀਂ ਸ਼ੰਭੂ ਦੀ ਗੱਲ ਕੀਤੀ ਹੈ, ਇਹ ਲੋਕ ਕਿਉਂ ਨਹੀਂ ਠੀਕ ਹੈ, ਇੱਕ ਸਭ ਦੀ ਲੋਕ ਦੀ ਆਪਦੀ ਦੀ ਹੁੰਦਾ, ਉਹ ਆਪਦੇ ਮਾਲਕ ਖੁਦ ਨੇ, ਜਿਹਦੇ ਵਾਲੇ ਪਾਸੇ ਮਰਜ਼ੀ ਜਾਣ, ਉਹ ਖੁਦ ਚੂਜ਼ ਕਰ ਸਕਦੇ ਨੇ। ਕੋਈ ਪਾਰਟੀ ਸਿਆਸੀ ਕੱਢ ਸਕਦਾ, ਕਿੱਧਰ ਮਰਜ਼ੀ ਜਾਣ, ਇਸ 'ਚ ਕਿਸੇ ਤੋਂ ਕੋਈ objection ਨਹੀਂ ਹੋਣੀ ਚਾਹੀਦੀ। ਸਵਾਲ ਹੈ ਕਿ ਕਿਸਾਨੀ ਧਰਨੇ ਦੀ ਆਪਾਂ ਗੱਲ ਕਰੀਏ, ਤੁਸੀਂ ਸ਼ੰਭੂ ਦੀ ਗੱਲ ਕਰ ਰਹੇ ਹੋ, ਫਿਰ ਸ਼ੰਭੂ ਦੇ ਜੋ ਬੈਠੇ ਨਾਅਰੇ ਲੱਗਦੇ ਸੀ, ਕਿ ਅੱਜ ਜੋ ਲੋਕ ਸਪੋਰਟ ਕਰ ਰਹੇ ਨੇ ਉਹ ਚੀਜ਼ਾਂ ਕਿਉਂ ਨਹੀਂ ਸਮਝਦੇ? ਦੇਖੋ ਉਦੋਂ ਉਹਨਾਂ ਨੇ ਸਮਝਿਆ ਹੋਈਆਂ ਸੀ, ਇਹ ਵੀ ਮੈਂ ਤੁਹਾਨੂੰ ਦੱਸਦਾ। ਉਦੋਂ ਕਿਸੇ ਨੇ ਨਹੀਂ ਸਪੋਰਟ ਕਰੀ ਇਹਨਾਂ ਦੀ, ਇਹ ਇਕੱਲਾ ਹੀ ਰਹਿ ਗਿਆ ਸੀ। ਉਦੋਂ ਈਵਨ ਜਿਹੜੇ ਆਰਟਿਸਟ ਸੀ ਉਹ ਵੀ ਨਹੀਂ ਸੀ ਇਹਦੇ ਨਾਲ, ਆਪਾਂ ਇਹ ਫੈਕਟ ਹੈ। ਅਤੇ ਜਿਹੜਾ ਲੱਖਾ ਸੀ ਉਹ ਆਪਦਾ ਇੱਧਰ ਉੱਧਰ ਤੁਰਿਆ ਫਿਰਦਾ ਸੀ, ਲੱਖੇ 'ਚ ਇਕੱਠੇ ਵੀ ਨਹੀਂ ਸੀਗੇ, ਵਿੱਚ ਵਿਚਾਲਾ ਜਾ ਸੀ ਲੱਖਾ, ਜਿੱਥੋਂ ਆਪਾਂ ਦੇਖੀਏ। ਹੁਣ ਮੈਂ ਥੋੜਾ ਹੋਰ ਪਿੱਛੇ ਆਉਣਾ, ਸ਼ੰਭੂ ਦੀ ਗੱਲ ਕੀਤੀ ਹੈ, ਤੁਹਾਨੂੰ ਲੱਗਦਾ ਕਿ ਬੜੇ ਲੋਕ ਨੇ ਜੋ ਸ਼ੰਭੂ ਨਾਲ ਜੁੜੇ ਦੇ ਸੀ, ਅੱਜ ਆਪਣੇ ਨਾਮ ਉਹਦੇ ਪਿੱਛੋਂ ਹਟਾਉਣਾ ਚਾਹੁੰਦੇ ਨੇ ਕਿ ਸਾਨੂੰ ਸ਼ੰਭੂ ਦੇ ਮਾਮਲੇ ਵਿੱਚ ਨਾ ਕੋਈ ਚੱਕ ਲਵੇ ਬੰਦਾ, ਜਾਂ ਸ਼ੰਭੂ ਦੇ ਉੱਤੇ ਸਾਨੂੰ ਕੋਈ ਸਵਾਲ ਨਾ ਪੁੱਛ ਲਵੇ। ਬੜੇ ਹੈਗੇ ਨੇ, ਆਪਾਂ ਨੂੰ ਪਤਾ, ਨਾਮ ਹਲੇ ਤੱਕ ਸਾਹਮਣੇ ਨਹੀਂ ਆਏ ਉਹਨਾਂ ਦੇ। 26 ਜਨਵਰੀ ਨੂੰ ਜਿਹੜੇ ਪਹਿਲਾਂ ਬੜੇ ਭੁੜਕਦੇ ਸੀ ਨਾ, ਤੁਹਾਨੂੰ ਪਤਾ ਉਹਨਾਂ ਨੇ ਆਪਦੀਆਂ ਫੇਸਬੁੱਕ ਤੋਂ ਸਭ ਕੁਝ ਮਿਟਾਤਾ ਸੀ। ਇਹ ਤਾਂ ਹੁਣ ਦੁਬਾਰਾ ਭੁੜਕਣ ਲੱਗੇ ਨੇ। ਉਹ 26 ਜਨਵਰੀ ਤੋਂ ਸਭ ਕੁਝ ਮਿਟਾ ਕੇ ਭੱਜ ਗਏ ਸੀ ਵੀ ਯਾਰ ਕਿਤੇ ਆਪਣੀ ਨਾ ਆ ਜੇ। ਲੋਕ ਡਰਦੇ ਇੰਨੇ ਹੁੰਦੇ ਨੇ ਬੰਦੇ ਵੀ ਏਜੰਸੀਆਂ ਦੇ ਨਾਲ ਜਿਹੜੇ ਰਲੇ ਹੁੰਦੇ, ਏਜੰਸੀਆਂ ਕਹਿੰਦੇ ਵੀ ਯਾਰ ਹੁਣ ਤੂੰ ਖਤਮ ਕਰ, ਤੇਰਾ ਆਪਾਂ ਦੇਖਾਂਗੇ ਹੀ ਨਹੀਂ। ਸੋ ਇਹ ਜਿਹੜੀ ਪ੍ਰੋਬਲਮ ਆਈ ਹੈ, ਪ੍ਰੋਬਲਮ ਇਹ ਆਈ ਹੈ ਕਿ ਸਰਕਾਰ ਦੀ ਆਪਦੀ ਇੱਛਾ ਸੀ ਕਿ ਅੰਦੋਲਨ ਖਰਾਬ ਹੋ। ਸਰਕਾਰ ਨੇ ਇਹਨੂੰ ਪਹਿਲਾਂ ਅੱਤਵਾਦੀ ਕਿਹਾ, ਵੱਖਵਾਦੀ ਕਿਹਾ। ਸਰਕਾਰ ਨੇ, ਪੁਲਿਸ ਨੇ ਕਹਿਤਾ ਵੀ ਇੱਥੇ ਤਾਂ ਜੀ 2020 ਵਾਲੇ ਆਏ ਹੋਏ ਨੇ, ਸਾਡੇ ਕੋਲ ਸੂਚਨਾ 300 ਕਹਿੰਦੇ ਸਾਡੇ ਕੋਲ ਪਤਾ ਨਹੀਂ ਇੰਸਟਾਗ੍ਰਾਮ ਆਈ ਹੋਈ ਆ, ਕੀ ਆਇਆ ਹੋਇਆ, ਨੋਟਿਸ ਵੀ ਦਿੰਦੇ ਨੇ। ਠੀਕ ਹੈ ਨਾ। ਉਹ ਬਾਰ-ਬਾਰ ਜਦ ਪੁਲਿਸ ਸਰਕਾਰ ਇਹ ਕਹਿੰਦੀ ਹੈ, ਉਹ ਇੰਟੈਂਸ਼ਨ ਤਾਂ ਪਤਾ ਲੱਗ ਹੀ ਜਾਂਦੀ ਹੈ। ਤੁਸੀਂ ਮੈਨੂੰ ਇੱਕ ਗੱਲ, ਕੋਈ ਬੰਦਾ ਦੱਸ ਦੇ, ਪੂਰੇ ਮੁਲਕ ਦਾ ਬੰਦਾ ਦੱਸ ਦੇ ਜਿਹੜਾ ਅਨਬਾਇਸਡ ਹੈ, ਵੀ ਕੀ ਇਹ ਅੰਦੋਲਨ, ਠੀਕ ਹੈ ਪੰਜਾਬ 'ਚੋਂ ਸ਼ੁਰੂ ਹੋਇਆ, ਇਹ ਠੀਕ ਹੈ ਪੰਜਾਬ ਦੀ ਕਿਸਾਨੀ ਬਹੁਤ ਸੀ ਉਹਦੇ 'ਚ, ਕੀ ਅੰਦੋਲਨ ਅੱਤਵਾਦੀਆਂ ਦਾ ਸੀ? ਕੀ ਇਹ ਵੱਖਵਾਦੀਆਂ ਦਾ ਅੰਦੋਲਨ ਸੀ? ਕੀ ਇਹ 2020 ਵਾਲਿਆਂ ਦਾ ਅੰਦੋਲਨ ਸੀ? ਕੀ ਇਹ ਅੰਦੋਲਨ ਉੱਥੇ ਗੋਲੀ ਜਾਂ ਡੰਡਾ ਜਾਂ ਲਾਠੀ ਚਲਾਉਣਾ ਚਾਹੁੰਦਾ ਸੀ? ਕੋਈ ਦੱਸੇ। ਅੰਦੋਲਨ ਸੀ ਸਰਕਾਰ ਦੇ ਖਿਲਾਫ, ਸ਼ਾਂਤਮਈ ਅੰਦੋਲਨ ਸੀ। ਹੁਣ ਇਹ ਸ਼ਾਂਤਮਈ ਕਿਉਂ ਰਹਿਣਾ ਜ਼ਰੂਰੀ ਸੀ? ਸਰਕਾਰ ਵਾਸਤੇ ਇਹਨੂੰ ਤੋੜਨਾ ਕਿਉਂ ਜ਼ਰੂਰੀ ਸੀ? ਜਿਹੜੀ ਮੌਕੇ ਦੀ ਸਰਕਾਰ ਹੈ, ਇਹ ਤਾਂ ਪਹਿਲਾਂ ਤੋਂ ਹੀ ਵਾਇਲੈਂਟ ਹੈ। ਇਹ ਸਰਕਾਰ ਦਾ ਇਤਿਹਾਸ ਉਹ ਹੈ ਕਿ ਜਦ ਕੌਰਵਾਂ ਪਾਂਡਵਾਂ ਦੀ ਲੜਾਈ ਹੋਈ ਹੈ ਨਾ, ਕੌਰਵਾਂ ਪਾਂਡਵਾਂ ਦੀ, ਤੁਹਾਨੂੰ ਪਤਾ ਕਿਉਂ ਹੋਈ ਸੀ? ਪਾਂਡਵਾਂ ਨੇ ਕਿਹਾ ਸੀ ਸਾਨੂੰ 5 ਪਿੰਡ ਦੇ ਦਿਓ, ਇਹ ਕਹਿੰਦੇ 5 ਵੀ ਨਹੀਂ ਦੇਣੇ। 18 ਖੂਨੀ ਸੈਨਾ ਖਤਮ ਕਰਾ ਲਈ ਸੀ ਦੋਨੇ ਪਾਸਿਆਂ ਦੀ, ਠੀਕ ਹੈ ਨਾ। ਇੰਨੀ ਅੜੀ ਕਰਕੇ, ਇਹ ਅੜੀ ਨੁਕਸਾਨਦਾਇਕ ਹੁੰਦੀ ਹੈ। ਇਹ ਇੱਕ ਦਿਨ ਨਹੀਂ ਹੋਈ, ਇਹ ਬਾਰ-ਬਾਰ ਜਿਹੜੀ ਆਈਡੀਓਲੋਜੀ ਅੱਜ ਰਾਜ ਕਰ ਰਹੀ ਹੈ, ਜਿਹੜੀ ਪੁਰਾਣਾ ਸੀ ਤੋਂ ਗਣੇਸ਼ ਦਾ ਸਿਰ ਫਲਾਣਾ ਲਾਇਆ ਸੀ, ਉਹ ਆਈਡੀਓਲੋਜੀ ਦੇਸ਼ ਨੂੰ ਤਬਾਹ ਕਰ ਸਕਦੀ ਹੈ, ਕਿਉਂਕਿ ਅੜੀਅਲ ਬਹੁਤ ਹੈ। ਦੇਸ਼ ਕਦੇ ਅੜੀ ਨਾਲ ਨਹੀਂ ਚੱਲਦੇ ਹੁੰਦੇ, ਦੇਸ਼ ਅਸੂਲਾਂ ਨਾਲ ਚੱਲਦੇ ਨੇ, ਅਸੂਲ ਨੂੰ ਤਾਂ ਮੰਨਦੇ ਨਹੀਂ। ਅੱਛਾ, ਜਿਸ ਤੱਕ ਡਾਕਟਰ ਸਾਹਿਬ ਹੁਣ ਵਿਅਕਤੀ ਵਿਸ਼ੇਸ਼ ਨੂੰ, ਹੁਣ ਮੈਂ ਪਹਿਲਾਂ ਸਵਾਲ ਇਹੀ ਕੀਤਾ ਸੀ ਕਿ ਇਹ ਕਿਉਂ ਹੁਣ ਧਾਰਨਾ ਬਣ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਕਿ ਆਹ ਵਿਅਕਤੀ ਨੂੰ ਲੈ ਕੇ ਆਓ, ਉਹ ਵਿਅਕਤੀ ਨੂੰ ਚੜਾਓ, ਉਹ ਆਊਗਾ ਕਿ ਨਹੀਂ ਆਊਗਾ, ਉਹਨੇ ਚੜਨਾ ਕਿ ਨਹੀਂ ਚੜਨਾ। ਸਾਡੀ ਤਾਂ ਗੱਲ ਹੀ ਨਹੀਂ ਹੈਗੀ ਇਹਦੀ ਗੱਲ। ਤਾਂ ਅੱਜ ਵੀ 3 ਕਾਲੇ ਕਾਨੂੰਨ ਕਿਵੇਂ ਰੱਦ ਕਰਵਾਉਣੇ ਨੇ? ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਵੀ ਤੁਹਾਡੀ ਸਟੇਜ 'ਤੇ ਕੋਈ ਆਉਂਦਾ ਸੀ ਕਿਸਾਨੀ ਦੀ, ਤੇ ਬਾਂਹ ਫੜ ਕੇ ਥੱਲੇ ਕਹਿੰਦੇ ਸੀ ਤੁਸੀਂ ਬੋਲ ਸਕਦੇ ਹੋ, ਪਰ ਕਿਸੇ ਦੇ ਖਿਲਾਫ ਨਹੀਂ ਬੋਲਣਾ। ਠੀਕ ਹੈ, ਤੁਹਾਡੀ ਕੋਈ ਮਦਦ ਕਰਨ ਆ ਰਿਹਾ ਜਾਂ ਕਿਸਾਨੀ ਅੰਦੋਲਨ 'ਚ ਕੋਈ ਮਦਦ ਕਰਨ ਜਾ ਰਿਹਾ, ਉਹ ਗੱਲ ਵੱਖਰੀ ਹੈ। ਜੇ ਕਿਸੇ ਦੇ ਪਿੱਛੇ ਹਯਾਤ ਹੋਇਆ ਬੰਦਾ ਹੁੰਦਾ, ਉਹ ਤਾਂ ਕੱਲ੍ਹ ਨੂੰ ਫਿਰ ਪੰਜਾਬ 'ਚ ਉੱਠ ਕੇ ਕਹਿ ਦੂਗਾ ਕਿ ਲਓ ਜੀ ਮੈਨੂੰ ਵੀ ਕਿਸਾਨ
ਸੰਯੁਕਤ ਮੋਰਚੇ ਦਾ ਉਹਦੇ 'ਚ ਆਗੂ ਬਣਾਓ, ਇਹ ਤਾਂ ਗੱਲ ਫਿਰ ਵੀ ਹੋ ਸਕਦੀ ਹੈ। ਫਿਰ ਗੱਲ ਕਿਸੇ ਨੂੰ ਚੱਲਦੀ ਨਜ਼ਰ ਆ ਰਹੀ ਹੈ। ਬਿਲਕੁਲ ਠੀਕ ਹੈ, ਕਿਸਾਨੀ ਲੀਡਰਸ਼ਿਪ ਦਾ ਕਸੂਰ ਵੀ ਹੈ। ਮੈਂ ਇਹ ਕਹਿਣ ਨੂੰ ਤਿਆਰ ਹਾਂ ਕਿ ਉਹਨਾਂ ਨੇ ਇਸ ਗੱਲ ਦੇ ਉੱਤੇ, ਮੈਂ ਕਹਿੰਦਾ ਹੋਵੇ ਉਹਦੇ ਨਾਲ ਇੱਕ ਬੰਦੇ ਨਾਲ 20,000 ਬੰਦਾ ਹੋਵੇ, 50,000 ਹੋਵੇ, ਜਦੋਂ ਕਿਸਾਨੀ ਦਾ ਲੀਡਰ ਹੀ ਨਹੀਂ ਹੈ, ਕਿਸਾਨੀ ਦਾ ਅੰਦੋਲਨ ਹੀ ਨਹੀਂ ਹੈ, ਕਿਸਾਨੀ ਅੰਦੋਲਨ ਨੂੰ ਢਾਹ ਲਿਆ ਰਿਹਾ ਹੈ, ਉਹਨੂੰ ਅਸੀਂ ਕਿਉਂ ਵਿੱਚ ਵੜਨ ਦੇਵਾਂਗੇ? ਆਪਾਂ ਗੱਲ ਸਮਝਣ ਦੀ ਕੋਸ਼ਿਸ਼ ਕਰੀਏ। ਆਪਾਂ ਕੋਈ ਸਮਾਨ ਚੁੱਕਣਾ ਹੈ, ਭਾਰ ਚੁੱਕਣਾ ਹੈ, ਜਿਹੜਾ ਤਾਂ ਬੰਦਾ ਮੇਰੇ ਸਿਰ ਤੇ ਚੱਕ ਕੇ ਰਖਵਾਵੇਗਾ ਉਹਦੀ ਤਾਂ ਮੈਂ ਮਦਦ ਲੈ ਲਾਂਗਾ। ਜਿਹੜਾ ਜੋ ਸਮਾਨ ਹੀ ਲਿਜਾਣਾ ਚਾਹੁੰਦਾ ਜਾਂ ਮੇਰੀ ਗਰਦਨ ਤੋੜਨਾ ਚਾਹੁੰਦਾ ਹੈ, ਉਹਨੂੰ ਮੈਂ ਉਹਦੀ ਮਦਦ ਕਿਉਂ ਲਵਾਂਗਾ ਬਈ? ਉਹ ਹੋਵੇ ਤਕੜਾ। ਆਪਾਂ ਗੱਲ ਸਮਝੀਏ। ਇਹ ਵਿਅਕਤੀ ਵਿਸ਼ੇਸ਼ ਦਾ ਹੁਣ ਕਿਵੇਂ ਸ਼ੁਰੂ ਹੋਇਆ? ਇਹ ਪਹਿਲਾਂ ਨਹੀਂ ਸੀ ਇੰਨਾ, ਪਹਿਲਾਂ ਨੌਜਵਾਨ ਕਿਹਾ, ਹਾਂ ਪਹਿਲਾਂ ਨੌਜਵਾਨ ਕਿਹਾ ਜਾਂਦਾ ਸੀ। ਫਿਰ ਇੱਕ ਵਿਅਕਤੀ ਵਿਸ਼ੇਸ਼ ਤਾਂ ਅਜੇ ਅੰਦਰ ਹੀ ਬੈਠਾ, ਉਹਦੀ ਤਾਂ ਜ਼ਮਾਨਤ ਵੀ ਨਹੀਂ ਹੋਈ, ਉਹ ਤਾਂ ਉਦੋਂ ਭੱਜ ਗਿਆ ਸੀ ਉੱਥੋਂ। ਤਾਂ ਦੂਜਾ ਵਿਅਕਤੀ ਵਿਸ਼ੇਸ਼ ਜਿਹਦੀਆਂ ਕਾਰਵਾਈਆਂ ਇਹਨਾਂ ਨੂੰ ਪਤਾ ਸੀ, ਜਿਨ੍ਹਾਂ ਕਾਰਵਾਈਆਂ ਤੇ ਇਹਨਾਂ ਨੇ ਨੋਟਿਸ ਨਹੀਂ ਲਿਆ। ਮੈਂ ਇਹ ਕਹਿਣਾ ਕਿਸਾਨੀ ਲੀਡਰਸ਼ਿਪ ਨੇ ਨੋਟਿਸ ਨਹੀਂ ਲਿਆ। ਜਿੱਦੋਂ ਸ਼ਾਹਜਹਾਨਪੁਰ ਦੀ ਬਾਰਡਰ ਤੇ ਜਾ ਕੇ ਉਹਨੇ ਅਨਾਊਂਸ ਕਰਤਾ ਵੀ ਇੱਥੇ ਬੈਠੇ ਕੀ ਕਰਦੇ 200 ਕਿਲੋਮੀਟਰ ਦਿੱਲੀ ਚੋਂ, ਤੁਸੀਂ ਤਾਂ ਦਿੱਲੀ ਜਾਣ ਆਏ ਸੀ। ਵੈਸੇ ਤਾਂ ਕਿਸਾਨੀ ਲੀਡਰਸ਼ਿਪ ਦੀ ਫੈਸਲਾ ਹੋਣਾ ਹੈ, ਪਰ ਉਹ ਇੱਥੇ ਬੈਠਣ ਦਾ ਕੋਈ ਮਤਲਬ ਨਹੀਂ। ਇੱਕ ਬੰਦਾ ਜਿਹੜਾ ਹਨੂੰਮਾਨਗੜ੍ਹ ਤੋਂ ਆਏ ਹੋਏ ਸੀ ਕੁਝ ਬੰਦੇ, ਉਹ ਬੰਦੇ ਉੱਠ ਕੇ ਨਾਲ ਤੁਰ ਪਏ, ਕਿਉਂਕਿ ਉਹ ਆਰਗੇਨਾਈਜ਼ਡ ਬੰਦੇ ਨਹੀਂ ਸੀਗੇ। ਉਹ ਆ ਕੇ ਕਿਸੇ ਪੁਲ ਦੇ ਉੱਤੇ ਘੇਰ ਲਏ ਉਹਨਾਂ ਨੇ। ਫਿਰ ਇਹ ਗਿਆ ਕਿਉਂ ਨਹੀਂ? 2 ਮਹੀਨੇ ਘਰੇ ਰਹੇ ਨੇ ਉਹ, ਉਦੋਂ ਬਾਅਦ ਅਰੈਸਟ ਕਰੇ ਗਏ ਨੇ। ਫਿਰ ਇਹ ਜਾ ਕੇ ਛੁਡਾਇਆ ਕਿਉਂ ਨਹੀਂ? ਲੀਡਰ ਤਾਂ ਉਹ ਹੁੰਦਾ ਨਾ ਜਿਹੜਾ ਨਾਲ ਲੈ ਕੇ ਆਇਆ ਹੈ, ਛਾਤੀ ਢਾ ਕੇ ਖੜਾ ਹੋਵੇ ਵੀ ਮੈਂ ਖੜਾ, ਕਰੋ ਮੈਨੂੰ ਜੋ ਕਰਨਾ। ਜਿਹੜਾ ਲੀਡਰ ਆਪ ਤਾਂ ਰੋਕ ਕੇ ਭੱਜ ਜੇ, ਲੋਕਾਂ ਨੂੰ ਛੱਡ ਜੇ ਉਸ ਦੇ ਵਾਸਤੇ, ਦੋਹਾਂ 'ਚ ਫਰਕ ਕਿੱਥੇ ਹੈ? ਹੁਣ ਮੈਂ ਤੁਹਾਨੂੰ ਕਿਸਾਨੀ ਲੀਡਰਸ਼ਿਪ 'ਤੇ ਇਸ ਦਾ ਫਰਕ ਦੱਸਦਾ। ਇੱਕ ਉਹ ਲੀਡਰ ਸੀਗੇ ਜਿਨ੍ਹਾਂ ਨੇ ਅੰਦੋਲਨ ਨੂੰ ਢਾਹ ਲਾਈ, ਉੱਥੇ ਝੰਡਾ ਚਲਾਇਆ ਤੇ ਭੱਜ ਗਏ, ਮੁੱਕਰਦੇ ਫਿਰੇ ਵੀ ਨਾ ਜੀ ਮੈਂ ਤਾਂ ਗਿਆ ਹੀ ਨਹੀਂ, ਮੇਰੀ ਤਾਂ ਵੀਡੀਓ ਦੇਖ ਲਓ, ਜਿਹਨੂੰ ਕਹਿੰਦੇ ਅੱਗ ਲਾਈ ਡੱਬੂ ਕੰਧ 'ਚ। ਤੇ ਦੂਜੇ ਮੈਂ ਤਾਂ ਜੀ ਪੁਲਿਸ ਦੀ ਮਦਦ ਕਰਨ ਗਿਆ ਸੀ, ਇੱਕ ਇਹ ਵੀ ਕਹਿਣ ਲੱਗ ਗਿਆ ਹੁਣ ਬੜਾ ਬਹਾਦਰ ਸੀ। ਉਹਦੇ ਉਲਟ ਰਕੇਸ਼ ਟਕੈਤ ਜੀ ਸਟੇਜ 'ਤੇ ਬੈਠੇ ਨੇ, ਫੈਸਲਾ ਕਰ ਲਿਆ ਵੀ ਮੈਂ ਅਰੈਸਟ ਦੇਣੀ ਹੈ। ਪੁਲਿਸ ਨੂੰ ਕਹਿਤਾ ਵੀ ਕੋਈ ਗੱਲ ਨਹੀਂ, ਮੈਨੂੰ ਕਰ ਲਓ ਅਰੈਸਟ। ਜਦ ਉਹਨਾਂ ਨੇ ਦੇਖਿਆ ਵੀ ਬੀਜੇਪੀ ਦਾ ਇੱਕ MLA ਗੁੰਡੇ ਲੈ ਕੇ ਆਇਆ, ਪਹਿਲਾਂ ਕਿਹਾ ਸੀ ਪੁਲਿਸ ਨੂੰ ਕਰ ਲਓ ਅਰੈਸਟ, ਉਹਨਾਂ ਨੇ ਦੇਖਿਆ ਵੀ ਉੱਥੇ 100 ਸਵਾ 100 ਕਿੰਨੇ ਕਾਫੀ ਸਾਰੇ ਸਿੱਖ ਨੌਜਵਾਨ ਖੜ੍ਹੇ ਸੀ ਉਹਨਾਂ ਦੀ ਸਟੇਜ 'ਤੇ। ਉਹਨਾਂ ਨੇ ਫੱਟ ਸਮਝ ਗਏ ਲੀਡਰੀ ਇਹ ਹੁੰਦੀ ਹੈ ਵੀ ਮੈਨੂੰ ਤਾਂ ਲਿਜਾ ਕੇ ਛੱਡ ਦੇਣਗੇ ਤਾਂ ਇਹਨਾਂ ਨੂੰ ਮਾਰ ਦੇਣਗੇ, ਇਹ ਤਾਂ ਗੁੰਡੇ ਆਏ ਨੇ ਇਕੱਠੇ ਹੋ ਕੇ, ਕਿਉਂਕਿ ਮਾਹੌਲ ਉਹਦੇ ਇੱਦਾਂ ਦਾ ਬਣਾਇਆ ਸੀ। ਉਹਨਾਂ ਨੇ ਉਸੇ ਵਕਤ ਫੈਸਲਾ ਲਿਆ। ਇਹ ਹੁੰਦੀ ਹੈ ਲੀਡਰਸ਼ਿਪ। ਕਹਿੰਦੇ ਮੈਂ ਉਰੇ ਖੁਦਕੁਸ਼ੀ ਕਰ ਲੂੰਗਾ, ਪਰ ਮੈਂ ਇੱਥੋਂ ਜਾਣਾ ਨਹੀਂ, ਮੈਨੂੰ ਪਤਾ ਹੈ ਤੁਸੀਂ ਮੈਨੂੰ ਅਰੈਸਟ ਕਰਾ ਕੇ ਲੈ ਜਾ ਕੇ ਛੱਡ ਦੇਣਾ, ਇਹਨਾਂ ਨੂੰ ਮੈਨੂੰ ਪਤਾ ਤੁਸੀਂ ਕੀ ਕਰੋਗੇ। ਇਹ ਸੀ ਲੀਡਰੀ। ਫਿਰ ਉਹਨਾਂ ਨੇ ਆਖਿਆ ਕੋਈ ਬਾਤ ਨਹੀਂ, ਪਾਣੀ ਮੇਰੇ ਗਾਉਂ ਸੇ ਆਏਗਾ। ਇਹਦਾ ਮਤਲਬ ਸੀ ਵੀ ਆ ਜਾਓ ਲੋਕੋ। ਇਹ ਇੱਕ ਉਸ ਤੋਂ ਅੱਗੇ ਕੀ ਹੈ, ਉਸ ਤੋਂ ਅੱਗੇ ਸੁਣੋ ਤੁਸੀਂ। ਇਹ ਸਭ ਨੂੰ ਪਤਾ ਹੈ, ਕੋਈ ਜੋ ਮਰਜ਼ੀ ਕਹੀ ਜਾਵੇ ਵੀ 26 ਤੋਂ ਬਾਅਦ ਜਿਹੜਾ ਅੰਦੋਲਨ ਖੜਾ ਹੋਇਆ ਹੈ ਉਹ ਰਕੇਸ਼ ਟਕੈਤ ਜੀ ਕਰਕੇ ਖੜਾ ਹੋਇਆ। ਇਹ 'ਚ ਕੋਈ ਦੋ ਰਾਏ ਨਹੀਂ ਹੈ। ਅੱਡੀਆਂ ਜਿਹੜੀਆਂ ਮਹਾਂ ਪੰਚਾਇਤਾਂ ਹੋਈਆਂ ਨੇ, ਹੋਰ ਹੋਈਆਂ ਨੇ, ਪਰ ਰਕੇਸ਼ ਟਕੈਤ ਜੀ ਨੂੰ ਜਦ ਕੋਈ ਪੁੱਛਦਾ ਹੈ ਵੀ ਫੈਸਲਾ ਕਿਵੇਂ ਕਰੋਗੇ, ਕਹਿੰਦੇ ਪੰਚ ਵੀ ਵਹੀ ਮੰਚ ਵੀ ਵਹੀ। ਕਹਿੰਦੇ ਨੇ ਕਿ ਨਹੀਂ? ਇਹ ਹੈ ਸਿਆਣੀ ਲੀਡਰਸ਼ਿਪ ਦਾ ਨਿਸ਼ਾਨੀ। ਪੰਚ ਵੀ ਵਹੀ ਮੰਚ ਵੀ ਵਹੀ। ਅੱਜ ਤੱਕ ਨਹੀਂ ਇਹ ਠੀਕ ਹੈ, ਕੋਈ ਕਹਿਣਾ ਉਹਨੇ ਤੁਸੀਂ ਕਹਿ ਤਾਂ ਪਾ ਰਹੇ ਹੋ, ਉਹ ਠੀਕ ਹੈ, ਲੀਡਰ ਨੇ ਆਪਦੇ ਤਰੀਕੇ ਨਾਲ ਗੱਲਾਂ ਕਰਨੀਆਂ। ਹੁਣ ਲੀਡਰ ਐਂ ਨਹੀਂ ਬੰਨੇ ਹੁੰਦੇ, ਪ੍ਰੋਗਰਾਮਾਂ ਦੇ ਵੀ 100 ਗੱਲਾਂ ਕਰਨੀਆਂ ਹੁੰਦੀਆਂ ਨੇ। ਸਵਾਲ ਇਹ ਹੈ ਕੀ ਉਹਨੇ ਕੱਢੇ ਜਾ ਕੇ ਕਰੀਏ ਗੱਲ ਕੋਈ, ਬਲਕਿ ਪਬਲਿਕਲੀ ਕਹਿੰਦੇ ਨੇ। ਜਦ ਉਹਨਾਂ ਨੂੰ ਉਕਸਾਉਂਦੇ ਨੇ ਲੋਕ ਉਦੋਂ ਵੀ ਉਹੀ ਕਹਿੰਦੇ ਨੇ ਇਹਨਾਂ ਨੇ ਕਦੇ ਕਿਹਾ ਇੱਦਾਂ, ਇਹ ਤਾਂ ਕਹਿੰਦੇ ਹਮੀ ਆ ਮਾਹਰ। ਸੋ ਇਸ ਕਰਕੇ ਆਪਾਂ ਨੂੰ ਸਮਝਣਾ ਪਊਗਾ। ਕਹਿੰਦੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ। ਦੂਜੇ ਕੌਣ ਹੁੰਦੇ ਨੇ? ਜੇ ਤਾਂ ਪ੍ਰੇਮ ਖੇਡਣ ਕਾ ਚੌ, ਸਿਰ ਤਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਨ ਨਾ ਕੀਜੇ। ਜਿਹੜਾ ਸਿਰ ਦੇਣ ਤੋਂ ਕਾਨ ਕਰਦਾ ਉਹ ਫਿਰ ਪ੍ਰੇਮ ਦੀ ਗੇਮ ਨਹੀਂ ਖੇਡ ਸਕਦਾ। ਇਹ ਜਿਹੜੀ ਕਿਸਾਨੀ ਦੀ ਲੜਾਈ ਹੈ, ਇਹ ਲੜਾਈ ਪ੍ਰੇਮ ਦੀ ਲੜਾਈ ਹੈ। ਤੁਸੀਂ ਕਹੋਗੇ ਹੈ ਇਹ ਪ੍ਰੇਮ ਕਿੱਥੋਂ ਆ ਗਿਆ? ਇਹ ਪ੍ਰੇਮ ਧਰਤੀ ਨਾਲ ਹੈ, ਇਹ ਪ੍ਰੇਮ ਜ਼ਮੀਨ ਨਾਲ ਹੈ। ਜਿੱਦੇ ਜ਼ਮੀਨ ਅਬਾਨੀ ਅਡਾਨੀ ਦੇ ਕਬਜ਼ੇ ਚਲੀ ਗਈ, ਉਹਦੇ ਲੋਕ ਲੁਕਾਈ ਭੁੱਖੀ ਮਰ ਜਾਏਗੀ। ਨੋ ਫਾਰਮਰ ਨੋ ਫੂਡ ਦਾ ਨਾਰਾ ਇਸ ਗੱਲ ਵਾਸਤੇ ਹੈ। ਸੋ ਉਹ ਜਿਹੜਾ ਪ੍ਰੇਮ ਹੈ ਇਸ ਧਰਤੀ ਨਾਲ, ਇਸ ਜ਼ਮੀਨ ਨਾਲ, ਇੱਥੋਂ ਦੀ ਲੁਕਾਈ ਨਾਲ, ਉਹਦੇ ਵਾਸਤੇ ਉਹ ਸਿਰ ਦੇਣ ਨੂੰ ਤਿਆਰ ਨੇ, ਔਰ 300 ਸਿਰ ਦਿੱਤੇ ਜਾ ਚੁੱਕੇ ਨੇ। ਮੇਰਾ ਸਵਾਲ ਹੈ ਕਿ ਜਿਸ ਤੱਕ ਹੁਣ ਬਿਆਨਬਾਜ਼ੀ ਚੱਲ ਪਈ ਹੈ, ਆਪਾਂ ਪਹਿਲਾਂ ਵੀ ਦੇਖਿਆ ਸੀ ਕਿ ਕਾਮਨਵਾਸੀ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਵੀ ਮੁੱਦਾ ਫੇਲ ਹੋ ਗਿਆ। ਪਿੱਛੇ 26 ਤੋਂ ਪਹਿਲਾਂ ਦੀ ਗੱਲ ਕਰੀਏ, ਖਾਲਿਸਤਾਨ ਆਏ ਨੇ, ਉਹ ਵੀ ਮੁੱਦਾ ਫੇਲ ਹੋ ਗਿਆ। ਆਤੰਕਵਾਦੀ ਮੁੱਦਾ ਫੇਲ ਹੋ ਗਿਆ।
ਹੁਣ ਪੰਜਾਬ 'ਚ ਵੀ ਚਰਚਾ ਚੱਲਦੀ ਹੈ ਇਸ ਚੀਜ਼ਾਂ ਲੈ ਕੇ, ਮੈਂ ਜਿਵੇਂ ਵਿਅਕਤੀ ਵਿਸ਼ੇਸ਼ ਧਿਆਨ ਨਾਲ ਸਾਰੀ ਚੀਜ਼ ਉੱਥੇ ਕਮਾਈ ਜਾ ਰਹੀ ਹੈ। ਤਿੰਨ ਆਪਾਂ ਸੋਸ਼ਲ ਮੀਡੀਆ ਦੇਖ ਲੈਂਦੇ, 3 ਕਾਨੂੰਨ ਦੀ ਨੋ ਫਾਰਮ ਨੂੰ ਫੂਡ ਤੁਸੀਂ ਬੋਲਿਆ, ਇੱਥੇ ਕਿਹੜਾ ਬੰਦਾ ਖੜਾ ਤਾਂ ਇਸ ਉੱਤੇ ਨੇ, ਇਹਨੂੰ ਸਟੇਜ ਤੇ ਚੜਾਓ, ਇਹਨੂੰ ਸਟੇਜ ਤੋਂ ਲਾਓ, ਇਹ ਸਟੇਜ ਤੇ ਕਿਉਂ ਚੜਿਆ, ਇਹਨੇ ਸਟੇਜ ਤੇ ਕਿਉਂ ਗੱਲ ਕਹੀ, ਇਹ ਬੜਾ ਜਥੇਬੰਦੀ ਸਵਾਲਾਂ ਜਵਾਬ ਦੇਣ, ਅਸੀਂ ਇਹ ਕਿਉਂ ਚੀਜ਼ਾਂ ਕਰਦੇ ਤੁਲੇ ਹੋਏ ਹਾਂ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਇਹ 'ਚ ਕੋਈ ਦੋ ਰਾਏ ਨਹੀਂ। ਤੁਸੀਂ ਬਿਲਕੁਲ ਜੋ ਬਿਆਨ ਕਰਿਆ ਉਹ ਸਤਿੱਤੀ ਹੀ ਹੈ। ਤੁਸੀਂ ਕਹਾਣੀ ਸੁਣੀ ਹੋਊ ਬਚਪਨ 'ਚ ਜ਼ਰੂਰ, ਵੀ ਕੋਈ ਬੰਦਾ ਬੱਕਰੀ ਲਈ ਜਾਂਦਾ ਸੀ ਤੇ ਉਹ ਠੱਗਾ ਨੇ ਸੋਚਿਆ ਵੀ ਆਪਾਂ ਇਹਦੀ ਬੱਕਰੀ ਖੋਈਏ। ਉਹ ਇੱਕ ਕਹਿੰਦਾ, ਉਹ ਤਾऊ ਇਹ ਕੁੱਤਾ ਕਹਾਂ ਸੇ ਲਾਇਆ? ਉਹ ਕਹਿੰਦਾ ਤੈਨੂੰ ਦਿਮਾਗ ਖਰਾਬ ਹੈ, ਕੁੱਤਾ ਥੋੜਾ ਬੱਕਰੀ ਹੈ। ਉਹ ਫਿਰ ਅੱਗੇ ਗਿਆ, ਥੋੜੀ ਦੇਰ ਉਹ ਕੋਈ ਹੋਰ ਤੁਹਾਡੇ ਵਰਗਾ ਖੜਾ, ਤਾऊ ਇਹ ਕੁੱਤਾ ਕਹਾਂ ਸੇ ਲਾਇਆ? ਉਹ 4 ਨੇ ਜਦ ਵਾਰ-ਵਾਰ ਕਿਹਾ, ਉਹਨੂੰ ਸੱਚੀ ਮੁੱਚੀ ਲੱਗਿਆ ਵੀ ਕਿਤੇ ਕੁੱਤਾ ਹੀ ਨਾ ਹੋਵੇ ਯਾਰ, 4 ਬੰਦੇ ਬੱਕਰੇ ਗਏ, ਇਹ ਪਤਾ ਨਹੀਂ ਵਿਚਾਰੇ ਰਲੇ ਹੋਏ ਨੇ। ਉਹ ਵਿਚਾਰਾ ਬੱਕਰੀ ਛੱਡ ਕੇ ਚਲਾ ਗਿਆ। ਇਹਨਾਂ ਦਾ ਅੱਜ ਇਹ ਹਾਲ ਹੈ ਬਈ ਇਹ ਬੰਦੇ ਜਿਹੜੇ ਆਏ ਨੇ, ਇਹ ਬੰਦੇ ਆਪਦੇ ਨਿਸ਼ਾਨੇ ਨਾਲ ਆਏ ਨੇ, ਇਹ ਨਿਸ਼ਾਨਾ ਰੱਖ ਸਕਦੇ ਨੇ। ਜੇ ਕੋਈ ਬੰਦਾ ਚੋਣਾਂ ਲੜਨਾ ਚਾਹੁੰਦਾ ਲੜੇ, ਜੇ ਕੋਈ ਬੰਦਾ ਖਾਲਿਸਤਾਨ ਦੀ ਲੜਾਈ ਕਰਨਾ ਚਾਹੁੰਦਾ ਕਰੇ, ਜੇ ਕੋਈ ਬੰਦਾ ਕਹਿੰਦਾ ਵੀ ਮੈਂ ਪੰਜਾਬ ਦੇ ਹਿੱਤਾਂ ਦੀ ਲੜਾਈ ਕਰਦਾ ਕਰੇ, ਵੱਧ ਅਧਿਕਾਰਾਂ ਦੀ ਕਰਨੀ ਕਰੇ। ਕਿਸਾਨੀ ਅੰਦੋਲਨ ਨੂੰ ਢਾਲ ਨਾ ਬਣਾਵੇ। ਜੇ ਕਿਸਾਨੀ ਅੰਦੋਲਨ ਨੂੰ ਢਾਲ ਬਣਾਇਆ ਤੇ ਇਹਦਾ ਮਤਲਬ ਤੁਹਾਡੀ ਆਪਦੀ ਤਾਂ ਹੈ ਨਹੀਂ, ਤੁਸੀਂ ਦੂਜੇ ਅੰਦੋਲਨ ਨੂੰ ਦੂਜੇ ਦੇ ਸਹਾਰੇ, ਦੂਜੇ ਜਿਹਨੂੰ ਆਪਾਂ ਕਹਿੰਦੇ ਨਾ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣੇ, ਇਹ ਕਿਸਾਨੀ ਅੰਦੋਲਨ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਨੇ। ਇਹ ਗਲਤ ਗੱਲ ਹੈ, ਇਹ ਐਥੀਕਲ ਵੀ ਨਹੀਂ ਹੈ, ਇਹ ਮੈਂ ਕਹਾਂਗਾ ਇਹ ਨੈਤਿਕ ਵੀ ਨਹੀਂ ਹੈ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਣੀ। ਅੱਛਾ, ਇੱਕ ਗੱਲ ਹੋ ਗਈ, ਚੜ੍ਹਦਾ ਬੱਚਾ ਸੂਲੀ ਰਾਮ ਭਲੀ ਕਰੇਂਗੇ। ਮੈਂ ਇੱਕ ਮਨਜੀਤ ਰਾਏ ਜੀ ਨਾਲ ਇੰਟਰਵਿਊ ਕੀਤਾ ਸੀ, ਇੱਕ ਰਜਿਸਟਰ ਦੀ ਉਹਨਾਂ ਨੇ ਕਾਪੀ ਦਿਖਾਈ, ਉਹਦੇ ਵਿੱਚ ਮਤੇ ਪਾਏ ਹੋਏ ਸੀ ਲੱਖਾ ਹਜ਼ਾਨੇ ਦੇ ਉੱਪਰ ਵੀ 25-26 ਦੀ ਮਾਫੀ ਮੰਗੂਗਾ, ਸਾਰੀ ਚੀਜ਼ਾਂ ਪੜ੍ਹ ਕੇ ਸੁਣਾਊਗਾ, ਦੀਪ ਸਿੱਧੂ ਨਾਲ ਕੋਈ ਤਾਲੁਕਾਤ ਨਹੀਂ ਰੱਖੂਗਾ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਅਮਲ ਨਹੀਂ ਹੋਇਆ ਕਿਉਂਕਿ ਉਸ ਉੱਪਰ ਸਾਈਨ ਨਹੀਂ ਕੀਤੇ ਗਏ। ਉਸ ਤੋਂ ਬਾਅਦ ਕਿਹਾ ਇਹ ਵੀ ਜਾਂਦਾ ਕਿ ਇਸ ਚੀਜ਼ ਲਈ ਕੋਈ ਆਪਣੇ ਕੋਲ ਦਸਤਾਵੇਜ਼ ਨਹੀਂ ਗਏ ਕਿ ਲੱਖੇ ਹਜ਼ਾਨੇ ਨੇ ਚਿੱਠੀ ਲਿਖ ਕੇ ਭੇਜੀ ਕਿ ਵੀ ਮੈਂ ਇਹਨਾਂ ਚੀਜ਼ਾਂ ਦੇ ਉੱਪਰ ਕਰੂੰਗਾ। ਫਿਰ ਤੁਹਾਨੂੰ ਕੀ ਲੱਗਦਾ ਕਿ 32 ਜਥੇਬੰਦੀਆਂ ਜੋ ਚੀਜ਼ਾਂ ਕਹੀਆਂ ਸੀ ਸਾਈਨ ਨਹੀਂ ਕੀਤੇ ਗਏ ਉਹਦੇ ਵਿੱਚ, ਉਹ ਕਾਰਨ ਕੀ ਹੋ ਸਕਦਾ ਕਿ ਵਾਕਈ ਹੀ ਵੀ ਉਹ ਲੱਖਾ ਸੰਯੁਕਤ ਕਿਸਾਨ ਮੋਰਚੇ ਸਟੇਜ ਤੇ ਬੋਲੇਗਾ ਕਿ ਨਹੀਂ ਬੋਲੇਗਾ? ਇਸ ਉੱਪਰ ਕਿਆਸਾਂ ਲਗਾਈਆਂ ਜਾ ਸਕਦੀਆਂ ਨੇ। ਤੁਸੀਂ ਇੰਨਾ ਕੋਲ ਕੀਤਾ, ਤੁਹਾਨੂੰ ਕੀ ਸਮਝ ਪੈਂਦੀ ਇਹ ਚੀਜ਼ ਨੂੰ ਜੇ ਸਵਾਲ ਦਾ ਜਵਾਬ ਲੈਣਾ ਹੋਵੇ ਤਾਂ? ਬਿਲਕੁਲ ਠੀਕ ਹੈ ਤੁਸੀਂ ਸਵਾਲ, ਇਹ ਹਰੇਕ ਮਨ 'ਚ ਸਵਾਲ ਆਏਗਾ। ਤੁਸੀਂ ਤਾਂ ਬਹੁਤ ਸੋਹਣਾ ਸਵਾਲ ਕਰਿਆ, ਲੋਕ ਕਰਦੇ ਨਹੀਂ ਇਹੋ ਜਿਹਾ ਸਵਾਲ ਵੀ ਯਾਰ ਕੰਟਰੋਵਰਸੀ 'ਚੋਂ ਕੀ ਲੈਣਾ। ਕਿਸਾਨ ਜਥੇਬੰਦੀਆਂ ਨੂੰ ਕਿਸੇ ਨੇ ਅਪਰੋਚ ਕਰਿਆ ਹੋਣਾ, ਮੈਨੂੰ ਨਹੀਂ ਪਤਾ ਕਿਹਨੇ ਕਰਿਆ, ਕਿਸੇ ਨੇ ਤਾਂ ਲੱਖੇ ਦੇ ਬਿਹਾਫ ਤੇ ਕਰੀ ਹੋਣਾ ਨਾ। ਜਿਨ੍ਹਾਂ ਨੇ ਅਪਰੋਚ ਕਰਿਆ ਹੋਣਾ ਉਹਨਾਂ ਨੇ ਗੱਲ ਕਰਾਈ ਹੋਣੀ ਆ ਵੀ ਆਹ, ਉਹਨਾਂ ਨੇ ਕਿਹਾ ਹੋਣਾ ਵੀ ਆਹ ਗੱਲਾਂ ਕਰੋ ਜੇ ਤੁਸੀਂ ਲੈਣਾ ਵੀ ਆ। ਪਹਿਲਾਂ ਤਾਂ ਉਹਨਾਂ ਨੇ ਮਾਹੌਲ ਬਿਲਡ ਕਰਿਆ ਹੈ, ਜਿਹੜੇ ਉਹ ਬਾਹਰਲੇ ਬੰਦੇ ਨੇ ਕਿ ਜੀ ਨੌਜਵਾਨਾਂ ਤੋਂ ਬਗੈਰ ਤੁਹਾਡਾ ਸਰਨਾ ਨਹੀਂ। ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕਰੀ ਹੈ ਵੀ ਤੁਹਾਡਾ ਮੋਰਚਾ ਤਾਂ ਹੁਣ ਕਮਜ਼ੋਰ ਪੈ ਗਿਆ। ਅਖਬਾਰਾਂ 'ਚ ਖਬਰਾਂ ਲੱਗੀਆਂ, ਸਰਕਾਰ ਕਹਿ ਰਹੀ ਹੈ ਵੀ ਇਹ ਤਾਂ ਮੋਰਚੇ 'ਚ ਹੁਣ ਕੁਛ ਰਿਹਾ ਹੀ। ਉੱਥੇ ਤਾਂ ਟਰਾਲੀਆਂ ਘੱਟ ਗਈਆਂ, ਉੱਥੇ ਤਾਂ ਮੈਂ ਆਪ ਦੇਖ ਕੇ ਆਇਆ 10 ਕਿਲੋਮੀਟਰ ਤੱਕ ਤਾਂ ਬਹਾਦਰਗੜ੍ਹ 'ਚ ਟਰਾਲੀਆਂ ਲੱਗੀਆਂ ਪਈਆਂ ਨੇ। ਜੇ 10 ਕਿਲੋਮੀਟਰ ਤੱਕ ਟਰਾਲੀਆਂ ਲੱਗੀਆਂ ਪਈਆਂ ਨੇ, ਕੌਣ ਕਹਿੰਦਾ ਘੱਟ ਗਈਆਂ? ਦੂਜੀ ਗੱਲ, ਉੱਥੇ ਜਾਮ ਲੱਗ ਗਿਆ ਸੀ, ਆ ਰਹੇ ਸੀ, ਪੁਲਿਸ ਤੋਂ ਜਾਮ ਨਹੀਂ ਖੁੱਲਿਆ, ਕਿਸਾਨਾਂ ਨੇ 2 ਘੰਟੇ 'ਚ ਖੁਲਵਾਤਾ ਸਾਰਾ, ਔਰ ਬੜੇ ਪਿਆਰ ਨਾਲ। ਸਾਡੀ ਛੋਟੀ ਗੱਡੀ ਸੀ, ਕਹਿੰਦੇ ਤੁਸੀਂ ਇੱਧਰ ਦੀ ਲੈ ਜਾਓ। ਨੌਜਵਾਨ ਖਿਲਾ ਰਹੇ ਸੀ ਉਹ, ਮੈਂ ਇੱਕ ਵੀ ਨੌਜਵਾਨ ਨੂੰ ਉੱਥੇ ਇਹ ਨਹੀਂ ਦੇਖਿਆ ਕਿਸੇ ਦੀ ਗੱਡੀਆਂ ਧੱਕੇ ਨਾਲ ਲੈ ਜਾ ਇੱਧਰ, ਜਾਂ ਕਿਸੇ ਡਰਾਈਵਰ ਨੂੰ ਕੁਝ ਕਹਿੰਦੇ ਹੋਣ। ਸੋ ਉਹਦੇ ਵਿੱਚੋਂ ਕੁਝ ਬੰਦੇ ਜਿਹੜੇ ਇਹ ਨੇ ਵੀ ਐਂ ਹੁਣ ਤੁਹਾਨੂੰ ਨੌਜਵਾਨਾਂ ਨੂੰ ਲਿਆਉਣਾ ਪਊਗਾ, ਤੁਹਾਨੂੰ ਉਦੋਂ ਬਿਨਾਂ ਸਰਨਾ ਨਹੀਂ। ਫਿਰ ਉਹ ਲੱਖੇ ਸਿਧਾਣੇ ਦੇ ਨਾਲ ਹੀ ਨੇ ਜਾਂ ਦੀਪ ਸਿੱਧੂ ਦੇ ਨਾਲ ਨੇ, ਲੱਖੇ ਨੂੰ ਲਿਆਉਣਗੇ, ਦੀਪ ਨੂੰ ਵੀ ਲਿਆਉਣਾ ਪਊ। ਇਹ ਮੈਂ ਤੁਹਾਨੂੰ ਅੱਜ ਵੀ ਦੱਸ ਦਿੰਦਾ। ਫਿਰ ਉਹਦੇ ਵਿੱਚ ਇੱਕ ਮਾਈਂਡ ਬਣਾਇਆ। ਮਜਬੂਰੀ ਹੈ, ਜੇ ਲੱਖਾ ਆਊਗਾ ਤਾਂ ਦੀਪ ਵੀ ਆਊਗਾ। ਕਿਸਾਨ ਸੰਯੁਕਤ ਮੋਰਚੇ ਦੀ ਕੌਣ ਪ੍ਰੈਸ਼ਰ ਪਾਊਗਾ? ਇਹੀ ਜਿਨ੍ਹਾਂ ਨੇ ਲੱਖੇ ਨੂੰ ਲਿਆਉਂਦਾ ਪਾਇਆ, ਉਹ ਸਾਰਾ ਗਰੁੱਪ ਹੀ ਉਹੀ ਹੈ। ਅਸਲ 'ਚ ਉਹੀ ਗਰੁੱਪ ਹੈ ਜਿਹੜਾ ਸਰਕਾਰ ਦਾ ਆਪਰੇਟਡ ਹੈ ਜਾਂ ਉਹਨਾਂ ਦੇ ਆਪਦੇ ਇੰਟਰਸਟ ਨੇ। ਉਹ ਗਰੁੱਪ ਹੈ। ਜਿਵੇਂ ਰਵੀ ਸਿੰਘ ਨੇ ਕਿਹਾ, ਰਵੀ ਸਿੰਘ ਜੀ ਨੂੰ ਇਹ ਕਹਿਣ ਦੀ ਕੀ ਲੋੜ ਹੈ ਵੀ ਲੱਖਾ ਸਿਧਾਣਾ ਜ਼ਰੂਰ ਬੋਲੂਗਾ, ਇਹਨਾਂ ਨੂੰ ਤੁਸੀਂ ਆਪਦੀ ਕਮੇਟੀ 'ਚ ਪਾਓ। ਰਵੀ ਸਿੰਘ ਜੀ ਤਾਂ ਉੱਥੇ ਲੰਗਰ ਖਾਲਸਾ ਸਾਈਡ ਵਾਲੇ, ਹਾਂ, ਉਹ ਤਾਂ ਲੰਗਰ ਸਰਵ ਕਰ ਰਹੇ ਨਾ, ਔਰ ਉਹਨਾਂ ਨੇ ਪੂਰੀ ਦੁਨੀਆ 'ਚ ਸਿੱਖਾਂ ਦੀ ਇੱਜ਼ਤ ਬਣਾਈ। ਜਿਹੜੀ ਇੱਜ਼ਤ ਘਟੀ ਹੋਈ ਸੀ ਵਿਸ਼ੇਸ਼ ਪੈ ਕੇ ਤੁਹਾਨੂੰ ਲੱਗਦਾ ਉਹ ਵੀ ਵਿਅਕਤੀ ਵਿਸ਼ੇਸ਼ 'ਚ ਪੈ ਗਏ ਵੀ ਤੁਸੀਂ ਤਾਂ ਲੰਗਰ ਸਰਵ ਕਰਨਾ, ਮੈਂ ਉੱਥੇ ਡਾਕਟਰੀ ਦੀ ਸੇਵਾ ਕਰਨ ਜਾਵਾਂ, ਮੈਂ ਜਿਹੜਾ ਮਰਜ਼ੀ ਕੈਂਪ ਲਾ ਦਾਂ। ਇਹ ਮੈਨੂੰ ਕਹਿਣ ਦਾ ਕੀ ਅਧਿਕਾਰ ਹੈ ਵੀ ਕਿਸਾਨੀ ਲੀਡਰਸ਼ਿਪ ਐਂ ਕਰੇ ਜਾਂ ਨਾ ਐਂ ਕਰੇ, ਕਿਉਂਕਿ ਮੇਰਾ ਬੜਾ ਤਜਰਬਾ ਹੈ। ਰਵੀ ਸਿੰਘ ਜੀ ਦਾ ਤਾਂ ਸ਼ਾਇਦ ਟ੍ਰੇਡ ਯੂਨੀਅਨ ਦਾ ਉਹਨਾਂ ਤਜਰਬਾ ਨਾ ਹੋਵੇ, ਮੇਰਾ ਤਾਂ ਸਾਰੀ ਉਮਰ ਟ੍ਰੇਡ ਯੂਨੀਅਨ ਦਾ ਤਜਰਬਾ ਹੈ, ਪਰ ਮੈਂ ਫਿਰ ਵੀ ਨਹੀਂ ਕਹਿ ਸਕਦਾ ਕਿਉਂਕਿ ਮੈਂ ਤਾਂ ਡਾਕਟਰੀ ਇਲਾਜ ਕਰਨ ਗਿਆ ਯਾਰ। ਹਾਂ, ਡਾਕਟਰੀ ਇਲਾਜ 'ਚ ਮੈਂ ਕਹਿ ਸਕਦਾ ਵੀ ਯਾਰ ਆਹ ਸਮਾਨ ਚਾਹੀਦਾ ਆਪਾਂ ਨੂੰ, ਇੱਦਾਂ ਕਰੀਏ, ਤੁਸੀਂ ਐਂ ਮਰੀਜ਼ ਨੂੰ ਲਿਆਇਆ ਕਰੋ। ਡਾਕਟਰੀ ਇਲਾਜ ਤੋਂ ਸਿਵਾਏ ਮੈਨੂੰ ਕੀ ਗੱਲ ਕਹਿਣ ਦੀ ਕਿੱਥੇ ਅਧਿਕਾਰ ਹੈ ਵੀ ਤੁਸੀਂ ਆਹ ਗੀਤ ਗਾਓ ਜੀ, ਤੁਸੀਂ ਹੁਣ ਇੱਥੇ ਐਂ ਸਟੇਜ ਐਂ ਚਲਾਓ ਜੀ? ਇਹ ਮੈਨੂੰ ਕੋਈ ਅਧਿਕਾਰ ਨਹੀਂ ਹੈ। ਮੈਂ ਮਦਦ ਕਰਨ ਗਿਆ ਉੱਥੇ। ਇਹੀ ਚੀਜ਼ਾਂ ਦੀ ਸਮੱਸਿਆ ਵੀ ਜਿਹੜੇ ਮਦਦ ਕਰਨ ਜਾ ਰਹੇ ਨੇ ਉਹ ਮਦਦ ਕਰਨ ਜਾਣ, ਸਲਾਹ ਦੇ ਸਕਦੇ ਨੇ, ਪਰ ਮੀਡੀਆ ਦੇ ਵਿੱਚ ਹੀ ਉੱਥੇ ਉੱਚੀ ਬੰਦੇ ਨਾਲ ਆਪਣਾ ਜੋਰ ਦਿਖਾ ਕੇ ਕਿਉਂ ਕਹਿੰਦੇ ਨੇ? ਉਹਦੀ ਆਪਦੀ ਤਾਕਤ ਦਿਖਾਉਣ ਲੱਗ ਜਾਂਦੇ ਨੇ। ਤੁਹਾਨੂੰ ਮੈਂ ਤਾਂ ਦੱਸਦਾ, ਬਿਲਕੁਲ ਤੁਸੀਂ ਠੀਕ ਸਵਾਲ ਕਰਿਆ, ਸਟੀਕ ਸਵਾਲ ਹੈ। ਮੈਂ ਖੁਸ਼ ਹਾਂ ਇਸ ਗੱਲ ਦੇ ਉੱਤੇ, ਤੁਸੀਂ ਇੰਟੈਲੀਜੈਂਟ ਹੋ ਇਸ ਮਾਮਲੇ 'ਚ। ਮੈਨੂੰ 4 ਮਹੀਨੇ ਪਹਿਲਾਂ 5 ਮਹੀਨੇ ਪਹਿਲਾਂ, ਅਜੇ ਦਿੱਲੀ ਗਏ ਨਹੀਂ ਸੀਗੇ, ਪ੍ਰਾਈਮ ਏਸ਼ੀਆ ਵਾਲੀ ਇੱਕ ਲੜਕੀ ਨੇ ਸਵਾਲ ਕਰਿਆ ਸੀ ਵੀ ਇਹਨਾਂ ਨੇ ਜਿਹੜੇ ਇਹ ਆਰਟਿਸਟ ਨੇ ਇਹਨਾਂ ਨੂੰ ਸਟੇਜ 'ਤੇ ਬੋਲਣ ਨਹੀਂ ਦਿੱਤਾ।
ਮੈਂ ਕਿਹਾ ਆਰਟਿਸਟਾਂ ਨੂੰ ਸਟੇਜ 'ਤੇ ਬੋਲਣ ਦੀ ਕੀ ਲੋੜ ਆ, ਉਹਨਾਂ ਕੋਲ ਤਾਂ ਕਵੀਆਂ ਦਾ ਬੜਾ ਵੱਡਾ ਗਲਾ ਹੈ, ਉਹਨਾਂ ਦਾ ਬੜਾ ਵੱਡਾ ਉਹਨਾਂ ਕੋਲ ਗੁਣ ਹੈ। ਉਹ ਗੁਣ ਤਾਂ ਕਿਸਾਨਾਂ ਕੋਲ ਹੈ ਹੀ ਨਹੀਂ। ਉਹ ਉਸ ਗੁਣ ਨੂੰ ਵਰਤਣ ਬੋਲਣ ਵਾਲੇ ਤਾਂ ਹੋਰ ਵੀ ਬਥੇਰੇ ਨੇ। ਜੇ ਮੈਂ ਉੱਥੇ ਡਾਕਟਰੀ ਇਲਾਜ ਵਾਸਤੇ ਜਾਵਾਂ, ਮੈਨੂੰ ਡਾਕਟਰੀ ਇਲਾਜ ਕਰਨ ਨਾਲ ਤਾਂ ਹੋਰ ਕੋਈ ਹੈ ਨਹੀਂ ਉੱਥੇ, ਹੈ ਤੇ ਬੋਲਣ ਨਾਲ ਤਾਂ ਸਟੇਜ 'ਤੇ ਬਥੇਰੇ ਨੇ। ਮੈਂ ਕਿਉਂ ਬੋਲੂੰ ਸਟੇਜ 'ਤੇ ਬਈ, ਮੈਂ ਤਾਂ ਸਮਾਂ ਉਹ ਮਰੀਜ਼ਾਂ ਦਾ ਇਲਾਜ ਕरूँ ਉਹਨੇ ਚਿਰ 'ਚ। ਸੋ ਜਿਹੜਾ ਕੰਮ ਹੈ ਮੇਰਾ, ਜਿਸਕਾ काम उसी को साजे और करे तो डंका बाजे, ਇਸ ਕਰਕੇ ਜਿਹੜਾ ਕੰਮ ਹੈ ਜਿਹਦਾ ਉਹ ਕੰਮ ਕਰੇਗਾ ਤਾਂ ਜ਼ਿਆਦਾ। ਹੁਣ ਜੇ ਜਿੰਨੇ ਆਰਟਿਸਟ ਨੇ, ਚਾਹੇ ਕੋਈ ਨਾਟਕ ਕਰਦਾ ਹੈ, ਚਾਹੇ ਕੋਈ ਗੀਤ ਗਾਉਂਦਾ ਹੈ, ਚਾਹੇ ਕੋਈ ਵਾਰਾਂ ਗਾਉਂਦਾ ਹੈ, ਜੇ ਉਹ ਆਪਣੇ ਆਰਟ ਦੇ ਨਾਲ ਇਸ ਮੋਰਚੇ ਦੀਆਂ ਗੱਲਾਂ ਫੈਲਾਉਂਦੇ ਨੇ ਤਾਂ ਬਹੁਤ ਵੱਡੀ ਸੇਵਾ ਹੈ। ਉਹ ਕਾਮਯਾਬੀ ਹੈ, ਉਹ ਕਾਮਯਾਬੀ ਹੈ। ਔਰ ਉਹਨਾਂ ਕੋਲੋਂ ਗੁਣ ਵੀ ਜ਼ਿਆਦਾ ਵਧੀਆ। ਜੇ ਕਦੇ ਮੇਰੀ ਸਲਾਹ ਲਓ ਉੱਥੇ ਹਾਂ, ਉਹਨਾਂ ਕੋਲੋਂ ਗੁਣ ਵੀ ਜ਼ਿਆਦਾ ਵਧੀਆ। ਮੈਂ ਡਾਕਟਰ ਸਾਹਿਬ ਇੱਕ ਸਵਾਲ ਮੇਰੇ ਹੋ ਰਿਹਾ, ਤੁਸੀਂ ਰਵੀ ਸਿੰਘ ਖਾਲਸਾ ਦੀ ਐਡ ਕੀਤੀ, ਮੈਨੂੰ ਹੁਣੇ ਇੱਕ ਸਵਾਲ ਯਾਦ ਆਇਆ। ਉਹਨਾਂ ਤੇ ਵੀ ਗੱਲ ਕਹੀ ਸੀ ਕਿ ਜਿਹੜੇ ਲੀਡਰ 84 ਦੀ ਉੱਥੇ ਬੋਲਦੇ ਨਹੀਂ, 84 ਦੇ ਉੱਤੇ ਉਹ ਤਾਂ ਲੀਡਰ ਹੀ ਨਹੀਂ ਹੈਗੇ। ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ, ਤੁਸੀਂ ਬੜੇ ਸੂਝ-ਬੂਝ ਹੋ। ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ। ਜਿਹੜਾ 84 ਤਾਂ ਪੰਜਾਬ ਭੁਗਤ ਚੁੱਕਿਆ ਆਲਰੇਡੀ। ਪਹਿਲੀ ਗੱਲ ਤਾਂ ਇਹ ਅੰਦੋਲਨ ਹੁਣ ਪੰਜਾਬ ਦਾ ਅੰਦੋਲਨ ਨਹੀਂ ਹੈ। ਸ਼ੁਰੂ ਜ਼ਰੂਰ ਪੰਜਾਬ 'ਚ ਹੋਇਆ, ਲੀਡਰਸ਼ਿਪ ਜ਼ਰੂਰ ਪਹਿਲਾਂ ਪੰਜਾਬ ਨੇ ਦਿੱਤੀ, ਹੁਣ ਇਹ ਪੰਜਾਬ ਦਾ ਅੰਦੋਲਨ ਨਹੀਂ ਰਿਹਾ। ਹੁਣ ਇਹ 32 ਜਥੇਬੰਦੀਆਂ ਦਾ ਵੀ ਅੰਦੋਲਨ ਨਹੀਂ। ਭੁਲੇਖਾ ਹੋਵੇ ਵੀ ਹੁਣ ਇਹ ਸਿੰਘੂ ਬਾਰਡਰ ਦਾ ਅੰਦੋਲਨ ਹੈ ਨਾ, ਇਹ ਈਵਨ 32 ਜਥੇਬੰਦੀਆਂ ਨੂੰ ਆਪਣੀ ਖਾਮਖਿਆਲੀ ਕੱਢ ਦੇਣੀ ਚਾਹੀਦੀ ਹੈ। ਇਹ ਹੁਣ ਪੂਰੇ ਮੁਲਕ ਦਾ ਅੰਦੋਲਨ ਹੈ। ਇਹਦੇ 'ਚ ਪੌਣੇ 500 ਜਥੇਬੰਦੀ ਹੈ ਔਰ ਇਹਦੇ 'ਚ ਹੁਣ ਉਹ ਗਰਾਹਾਂ ਗਰੁੱਪ ਹੈ ਜਿਹੜਾ, ਕਿਉਂਕਿ ਯੂਥ ਦਾ ਵੀ ਬਣਾ ਲਿਆ ਹੋਰ ਹੈ, ਉਹਨਾਂ ਦੀ ਆਪਦੀ ਇੱਕ ਇੰਪੋਰਟੈਂਸ ਹੈ। ਕਿੰਨੇ ਪਿੰਡਾਂ ਦੇ ਵਿੱਚ ਉਹਨਾਂ ਦਾ, ਹਜ਼ਾਰਾਂ ਪਿੰਡਾਂ ਦੇ ਵਿੱਚ ਹੈ ਉਹਨਾਂ ਦਾ ਪ੍ਰਭਾਵ। ਸੋ ਇਹ ਸਾਨੂੰ ਉਹਨਾਂ ਨੇ ਕਿੱਡੀ ਵੱਡੀ ਵੂਮਨ ਕਾਨਫਰੰਸ ਕਰੀ, ਆਪਾਂ ਨੂੰ ਪਤਾ ਹੀ ਹੈ। ਸੋ ਇਸ ਕਰਕੇ ਇਹਨਾਂ ਨੂੰ ਜਿਹੜੇ ਹੁਣ ਸਿੰਘੂ ਬਾਰਡਰ 'ਤੇ ਜਥੇਬੰਦੀਆਂ ਨਾ 32, ਇਹਨਾਂ ਨੂੰ ਇਕੱਲੇ ਫੈਸਲੇ ਲੈਣ ਦੀ ਗੱਲ ਜਾਂ ਆਪੇ ਜੀ ਹਮ ਤੋਂ ਐਂ ਕਰਾਂਗੇ, ਇਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ। ਹਮੇਸ਼ਾ ਕੋਈ ਸਮਾਂ ਬਦਲਦਾ ਹੈ। ਜਿਵੇਂ ਅਸੀਂ ਜਦ ਕੋਈ ਮੁੰਡਾ ਘੋੜੀ ਚੜ੍ਹਦਾ ਨਾ, ਉਦੋਂ ਬਾਪ ਘੋੜੀ ਦੇ ਅੱਗੇ ਨੱਚਦਾ ਤਾਂ ਚੰਗਾ ਲੱਗਦਾ, ਆਪ ਨਹੀਂ ਘੋੜੀ 'ਤੇ ਚੜ੍ਹਨਾ ਚਾਹੀਦਾ। ਹੁਣ ਇਹ ਸਮਾਂ ਬਦਲ ਗਿਆ। ਹੁਣ ਸਿੰਘੂ ਬਾਰਡਰ ਦਾ ਉਹ ਤਾਕਤ ਨਹੀਂ ਰਹੀ ਹੁਣ, ਕਿਉਂਕਿ ਪੂਰੇ ਹਿੰਦੁਸਤਾਨ ਦੀ ਤਾਕਤ ਬਣ ਗਈ ਉਹ। ਸੋ ਉਹਨਾਂ ਨੂੰ ਉਹਦੇ ਵਿੱਚ ਰਲਣਾ ਚਾਹੀਦਾ। ਜੇ ਉਹ ਸੋਚਣਗੇ ਨਾ ਅਸੀਂ ਸਿੰਘੂ ਬਾਰਡਰ ਵਾਲੇ 32 ਜਥੇਬੰਦੀਆਂ ਅਸੀਂ ਫੈਸਲਾ ਕਰਾਂਗੇ, ਸਾਡੇ 'ਚੋਂ ਜਿਹੜਾ ਮਰਜ਼ੀ ਜੋ ਮਰਜ਼ੀ ਬੋਲੇ, ਫਿਰ ਕੁਛ ਨਹੀਂ ਅਚੀਵ ਹੋਣਾ। ਮੈਂ ਤੁਹਾਨੂੰ ਅੱਜ ਵੀ ਦੱਸ ਦੇਣਾ, ਇਹਨਾਂ ਨੂੰ ਮੋੜਾ ਕੱਟਣਾ ਚਾਹੀਦਾ ਵੀ ਹੁਣ ਭਾਈ ਆਪਾਂ 32 ਜਥੇਬੰਦੀਆਂ ਹੈਗੀਆਂ, ਪਰ ਹੁਣ ਹੋਰ ਵੀ ਨੇ, ਇਹ ਮੰਨਣਾ ਪਊਗਾ। ਡਾਕਟਰ ਸਾਹਿਬ ਸ਼ਬਦਾਂ ਦੀ ਤਦਕ ਹੁੰਦੀ ਹੈ, ਕਹਿੰਦੇ ਵੀ ਆਮ ਬੰਦਾ ਜਾਂ ਛੇਤੀ ਬੰਦਾ ਸਮਝ ਨਹੀਂ ਪਾਉਂਦਾ। ਇੱਕ ਰਵੀ ਸਿੰਘ ਖਾਲਸਾ ਜੀ ਨੇ ਹੋਰ ਕਿਹਾ, ਜੇ ਤੁਸੀਂ ਇਸ ਜੇ ਤੁਸੀਂ ਜਵਾਬ ਦੇ ਪਾਓ, ਚੰਗੇ ਆਗੂ ਹੋਰ ਲੀਡਰ ਬਣਾਉਂਦੇ ਹਨ, ਮਾੜੇ ਆਗੂ ਫੁੱਟ ਪਾਉਂਦੇ ਹਨ। ਇਹ ਗੱਲ ਉਹਨਾਂ ਨੇ ਕਿਉਂ ਕਹੀ ਹੈ? ਦੇਖੋ ਜੀ, ਗੱਲ ਇਹ ਹੈ, ਸ਼ਬਦ ਤਾਂ ਉਹੀ ਹੁੰਦੇ ਨੇ। ਮੈਨੂੰ ਤਾਂ ਲੱਗਦਾ ਰਵੀ ਸਿੰਘ ਜੀ ਆਪ ਹੀ ਇਹੀ ਕੁਛ ਕਰ ਰਹੇ ਨੇ। ਜਿਹੜੀ ਉਹ ਕਹਿੰਦੇ ਨੇ ਰਵੀ ਸਿੰਘ ਚੰਗੇ ਆਗੂ ਤਾਂ ਹੋਰ ਆਗੂ ਬਣਾਉਂਦੇ ਨਾ, ਚੰਗੇ ਆਗੂ ਤਾਂ ਉਹ ਬਣਾ ਦੇਣ ਕਿਸਾਨੀ 'ਚ ਹੋਰ ਆਗੂ, ਫੁੱਟ ਪਾਉਂਦੇ ਨੇ ਤਾਂ ਵੀ ਉਹਨੂੰ ਬਣਾਓ ਜੀ। ਜਦੋਂ ਬਣਾਓ, ਮੈਂ ਹੁਣ ਸਵਾਲ ਉਹੀ ਹੈ, ਜਦੋਂ ਵਿਅਕਤੀ ਨਹੀਂ, ਉਹਨਾਂ ਨੇ ਕਿਹਾ ਵੀ ਆ ਲੱਖੇ ਸਿਧਾਨ ਤੇ ਦੀਪ ਸਿੱਧੂ ਨੂੰ ਆਪਦੀ ਕਮੇਟੀ 'ਚ ਪਾਓ। ਇਹ ਰਵੀ ਸਿੱਧੂ ਨੇ ਆਪ ਬਿਆਨ ਦਿੱਤਾ ਹੈ। ਕਿਉਂ ਬਿਆਨ? ਸਵਾਲ ਤਾਂ ਵੀ ਕਿਉਂ? ਇਹ ਵੀ ਉਹਨਾਂ ਨਾਲ ਹੀ ਰਲੇ ਹੋਏ ਨੇ। ਇਹ ਇਹਨਾਂ ਦਾ ਪਿਛੋਕੜ ਕੱਢ ਕੇ ਦੇਖੋਗੇ, ਇਹ ਸਾਰੇ ਇੱਕੋ ਜਿਹੇ ਨੇ ਉਸ ਮਾਮਲੇ 'ਚ। ਇਹ ਇੱਕ ਗਰੁੱਪ ਹੈ ਖਾਸ ਕਿਸਮ ਦਾ। ਰਵੀ ਸਿੰਘ ਜੀ ਇਹਨਾਂ 'ਚੋਂ ਵੱਖਰੇ ਇਸ ਤਰੀਕੇ ਨਾਲ ਸੀਗੇ ਖਾਲਸਾ ਏਡ ਵਾਲੇ ਕਿ ਉਹ ਲੰਗਰ ਕਰਦੇ ਸੀ। ਜਿਹੜੀ ਸੰਗਤ ਤੇ ਪੰਗਤ ਹੈ, ਇਹ ਬਹੁਤ ਵੱਡੀ ਹੈ ਸਿੱਖੀ 'ਚ, ਉਹਦਾ ਆਪਦਾ ਹੀ ਮਹੱਤਵ ਹੈ। ਪਰ ਹੁਣ ਜੇ ਤੁਸੀਂ ਰੋਹਿੰਗੀਆ 'ਚ ਜਾ ਕੇ ਪੰਗਤ ਕਰ ਰਹੇ ਹੋ ਤਾਂ ਉੱਥੇ ਥੋੜ੍ਹਾ ਵੀ ਰੋਹਿੰਗੀਆ ਨੂੰ ਤੁਸੀਂ ਕਹੋਗੇ ਤੁਹਾਡੇ ਫੈਸਲੇ ਵੀ ਅਸੀਂ ਕਰਾਂਗੇ। ਜੇ ਕਿਤੇ ਭੁਚਾਲ ਆ ਗਿਆ, ਉੱਥੇ ਤੁਸੀਂ ਪੰਗਤ ਕਰ ਰਹੇ ਹੋ ਅਤੇ ਤੁਸੀਂ ਉੱਥੇ ਵੀ ਕਹੋਗੇ ਵੀ ਇੱਥੇ ਹੁਣ ਅਸੀਂ ਫੈਸਲੇ ਵੀ ਅਸੀਂ ਕਰਾਂਗੇ। ਇੱਦਾਂ ਹੀ ਜਿਹੜਾ ਕਿਸਾਨੀ ਅੰਦੋਲਨ ਹੈ, ਪੂਰੇ ਭਾਰਤ ਦਾ ਅੰਦੋਲਨ ਹੈ। ਉੱਥੇ ਤੁਸੀਂ ਪੰਗਤ ਦਾ ਉਹ ਨਿਭਾ ਰਹੇ ਹੋ, ਲੰਗਰ ਸਰਵ ਕਰ ਰਹੇ ਹੋ। ਬਸ ਠੀਕ ਹੈ, ਤੁਸੀਂ ਲੰਗਰ ਸਰਵ ਕਰੋ। ਤੁਹਾਨੂੰ ਕਿਸਾਨੀ ਅੰਦੋਲਨ ਦਾ ਫੈਸਲਾ। ਦੂਜੀ ਗੱਲ, ਤੁਹਾਨੂੰ ਕੀ ਪਤਾ ਵੀ ਕਿਸਾਨੀ ਅੰਦੋਲਨ ਨੂੰ ਕੀ ਚਾਹੀਦਾ? ਤੁਹਾਨੂੰ ਕੀ ਪਤਾ ਕਿਸਾਨੀ ਅੰਦੋਲਨ ਲੋਕਾਂ ਨੂੰ ਜਿਹਨਾਂ ਨੂੰ ਲੈ ਕੇ ਆਈ ਹੈ ਕੀ ਕਹਿ ਕੇ ਆਈ ਹੈ? ਇਹ ਤੁਹਾਨੂੰ ਤਾਂ ਕੋਈ ਪਤਾ ਨਹੀਂ ਨਾ। ਜਿਹੜਾ ਉੱਥੇ ਲੱਖਾਂ ਲੋਕ ਬੈਠਾ ਹੈ, ਉਹਦੇ ਵਿੱਚ 90% ਤਾਂ ਲੋਕ ਕਿਸਾਨੀ ਕਰਕੇ ਗਏ ਹੋਏ ਨੇ। 10% ਨੇ ਜਿਹੜੇ ਆਪੇ ਚਲੇ ਗਏ ਜਾਂ ਕਿਸੇ ਹੋਰ ਦੇ ਕਹੇ ਤੋਂ ਚਲੇ ਗਏ। 90% ਗਏ ਆਰਗੇਨਾਈਜੇਸ਼ਨਾਂ ਹੀ ਨੇ। ਬਿਨਾਂ ਆਰਗੇਨਾਈਜੇਸ਼ਨ ਅੱਜ ਕਰ ਲੈਣਾ, ਚਲੋ ਛੱਡੋ ਤੁਸੀਂ। ਮੈਂ ਪੁੱਛਦਾ, ਨੋਟਬੰਦੀ ਹੋਈ ਸੀ, ਉਦੋਂ ਵੀ ਲੱਖਾ ਸਿਧਾਨ ਦੀਪ ਸਿੱਧੂ ਇਸੇ ਮੁਲਕ 'ਚ ਸੀਗੇ। ਬੰਦਾ 100 ਮਰ ਗਿਆ ਸੀ, ਉਦੋਂ ਬੋਲੇ। ਉਹ ਵੀ ਬੜਾ ਵੱਡਾ ਮਸਲਾ ਸੀ, ਉਹਦੇ ਕਰ ਲੈਂਦੇ ਆਰਗੇਨਾਈਜ਼। ਫਿਰ ਉਸ ਤੋਂ ਬਾਅਦ GST ਲੱਗਿਆ, ਉਦੋਂ ਕਰ ਲੈਂਦੇ। ਫਿਰ ਆ ਕਰੋਨਾ ਵੇਲੇ ਇੰਨੇ ਮਜ਼ਦੂਰ ਚੱਲ ਕੇ ਗਏ, ਫਿਰ ਇਹ ਕਰ ਲੈਂਦੇ ਆਰਗੇਨਾਈਜ਼। ਉਹਨਾਂ ਨੂੰ ਕਿਸੇ ਨੇ ਰੋਕਿਆ ਸੀ? ਚਲੋ ਛੱਡੋ, ਉਹ ਨਹੀਂ ਕਰਨਾ ਸੀ। ਪੰਜਾਬ ਦੇ ਵਿੱਚ ਚਲਾ ਲੈਂਦੇ ਆਪਦੀ ਮੂਵਮੈਂਟ। ਇਹਨਾਂ ਨੇ ਚਲਾਈ ਕਿਉਂ ਨਹੀਂ? ਇਹ ਕਰੋਨਾ 'ਚ ਅੰਦਰ ਵੜ ਕੇ ਕਿਵੇਂ ਬਹਿ ਗਏ? ਬਲਕਿ ਉਲਟ ਗੱਲ ਹੈ, ਜਿਹੜੀ ਕਿਸਾਨੀ ਲੀਡਰਸ਼ਿਪ ਹੈ ਉਹਨੇ ਉਹਨਾਂ ਨੂੰ ਰੋਟੀ ਖਿਲਾਈ ਹੈ, ਮਜ਼ਦੂਰਾਂ ਨੂੰ। ਗੁਰਦੁਆਰਿਆਂ ਵਾਲਿਆਂ ਨੇ ਰੋਟੀ ਖਿਲਾਈ ਹੈ। ਪਿੰਡਾਂ ਦੇ ਵਿੱਚੋਂ ਮਜ਼ਦੂਰਾਂ ਨੂੰ ਰੋਟੀ ਮਿਲੀ ਹੈ, ਸ਼ਹਿਰਾਂ 'ਚੋਂ ਨਹੀਂ ਮਿਲੀ। ਪਰ ਇਹ ਲੱਖੇ ਸਿਧਾਨ ਨੇ ਕਿਹੜੀ ਸੇਵਾ ਕਰੀ ਉਹਨਾਂ ਦੀ? ਦੱਸ ਦੇਣਗੇ ਜੇ ਇੰਨੀ ਗੱਲ ਸੀ। ਸੋ ਜ਼ਿਆਦਾ ਇਹ ਤਾਂ ਪੱਕੀ ਪਕਾਈ ਖੀਰ ਦੇ ਉੱਤੇ ਆ ਗਏ ਵੀ ਕਿਸਾਨੀ ਦਾ ਐਡਾ ਵੱਡਾ ਇਕੱਠ ਹੈ, ਆਪਾਂ ਇਹਦੇ 'ਤੇ ਉਹ ਜਿਵੇਂ ਸਿਆਸਤੀ ਨਿਦਾਨ ਨਹੀਂ ਚਲੇ ਜਾਂਦੇ ਵੀ ਆਪਾਂ ਜੀ ਉੱਥੇ ਭਾਸ਼ਣ ਕਰਨਾ। ਸੋ ਇਹ ਜਿਹੜੇ ਹੈਗੇ ਨੇ, ਜਿਹੜਾ ਇਹ ਵਿਅਕਤੀ ਵਿਸ਼ੇਸ਼ ਬਣਾਇਆ ਜਾ ਰਿਹਾ ਹੈ, ਇਹ ਅੰਦੋਲਨ ਨੂੰ ਤੋੜਨ ਵਾਸਤੇ ਬਣਾਇਆ ਜਾ ਰਿਹਾ ਹੈ।
ਜਦ ਕਿ ਉਹ ਅੰਦੋਲਨ ਵਿਅਕਤੀ ਵਿਸ਼ੇਸ਼ ਵਾਸਤੇ ਪਹਿਲਾਂ ਹੀ ਨਹੀਂ ਚੱਲਿਆ। ਪਹਿਲਾਂ ਹੀ 32 ਜਥੇਬੰਦੀਆਂ ਫੈਸਲਾ ਕਰਦੀਆਂ ਸੀ। ਜਦ ਵੀ ਕਿਸੇ ਨੂੰ ਪੁੱਛਦੇ ਸੀ, ਮੈਂ ਆਪ ਸੁਣਿਆ, ਕੀ ਕਰੋਗੇ? ਉਹ ਜੀ ਸਾਡੀਆਂ ਜਥੇਬੰਦੀਆਂ ਫੈਸਲਾ ਕਰਨਗੀਆਂ, ਸਾਡੀਆਂ ਜਥੇਬੰਦੀਆਂ। ਲੀਡਰ ਕਹਿੰਦੇ ਸੀ ਇਹ। ਜਦ ਕੈਡਰ ਨੂੰ ਪੁੱਛਦੇ ਸੀ, ਤੁਸੀਂ ਮੰਨੋਗੇ ਇੱਥੇ ਜਿਹੜਾ ਸੀ ਆਪਣਾ ਖਨੌਰੀ ਬਾਰਡਰ ਦੇ ਉੱਤੇ ਕਿਸੇ ਨੇ ਪੁੱਛਿਆ ਵੀ ਤੁਸੀਂ ਇਹ ਤੋੜ ਨਹੀਂ ਰਹੇ? ਕਹਿੰਦੇ ਜੀ ਨੌਜਵਾਨ ਸੀਗੇ ਉਹ ਸਾਰੇ, ਕਹਿੰਦੇ ਜੀ ਤੋੜ ਤਾਂ ਅਸੀਂ 5 ਮਿੰਟ 'ਚ ਦੇਵਾਂਗੇ, ਪਰ ਸਾਡੀ ਲੀਡਰਸ਼ਿਪ ਕਹੇ ਤਾਂ ਸਹੀ। ਫਿਰ ਇੱਕ ਤੁਹਾਡੇ ਵਰਗੇ ਐਂਕਰ ਨੇ ਇਹੋ ਜਿਹੇ ਮੁੰਡੇ ਨੂੰ ਪੁੱਛ ਲਿਆ ਵੀ ਕਾਕਾ ਇਹ ਤੁਸੀਂ ਇਹਨਾਂ ਦਾ ਲੀਡਰਾਂ ਦਾ ਕਦ ਕਹਿਣਾ ਮੰਨੀ ਜਾਂਦੇ ਹੋ? ਉਹ ਕਹਿੰਦਾ ਜੀ ਮੇਰੀ ਜਿੰਨੀ ਉਮਰ ਹੈ ਨਾ ਉਦੋਂ ਵੱਧ ਉਹਨਾਂ ਦਾ ਟ੍ਰੇਡ ਯੂਨੀਅਨ ਦਾ ਤਜਰਬਾ ਕਿਸਾਨੀ ਦਾ, ਮੈਂ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਦੂੰ? ਸੋਚ, ਅਸੀਂ ਤਾਂ ਜੋਸ਼ ਤਾਂ ਸਾਡੇ ਕੋਲ ਹੈਗਾ, ਤਾਕਤ ਹੈਗੀ ਹੈ, ਪਰ ਸਿਆਣਪ ਤਾਂ ਉਹਨਾਂ ਕੋਲ, ਉਹਨਾਂ ਤਾਂ ਜਿੰਨੀ ਮੇਰੀ ਉਮਰ ਹੈ ਇੰਨੀ ਉਮਰ ਤਾਂ ਉਹਨਾਂ ਨੂੰ ਜਥੇਬੰਦੀ ਚਲਾਉਂਦਿਆਂ ਨੂੰ ਹੋ ਗਈ। ਆਪਾਂ ਮੰਨ ਕੇ ਚੱਲੀਏ ਕੋਈ ਬੰਦਾ ਇਸ ਲੀਡਰਸ਼ਿਪ ਦੇ ਉੱਤੇ, ਇਹਦੀਆਂ ਗਲਤੀਆਂ 100 ਹੋ ਸਕਦੀਆਂ ਨੇ, ਕੋਈ ਬੰਦਾ ਇਹਨਾਂ 'ਤੇ ਦਾਗ ਲਾ ਕੇ ਦਿਖਾ। ਊਂ ਤਾਂ ਜਿਹਦੇ 'ਤੇ ਮਰਜ਼ੀ ਨੁਕਸ ਕੱਢ ਦੋ, ਜੇ ਵੱਡੇ ਮੈਂ ਨਹੀਂ ਤੇਰੇ ਵਾਸਤੇ ਤਾਂ ਖਾਂਦੇ ਦਾੜੀ ਹਿੱਲਦੀ ਹੈ, ਇਹ ਜੋ ਮਰਜ਼ੀ ਕਹਿ ਦੋ ਹੈ। ਜੇ ਤੈਂ ਨਹੀਂ ਗਾਲਾਂ ਕੱਢੀਆਂ ਤੇਰੇ ਬਾਪ ਨੇ ਕੱਢੀਆਂ ਹੋਣਗੀਆਂ। ਅਦਰਵਾਈਜ਼ ਇਹ ਕਿਸਾਨੀ ਲੀਡਰਸ਼ਿਪ ਨੇ 40 ਸਾਲ ਤੋਂ ਕੁਰਬਾਨੀ ਕਰੀ ਹੋਈ ਹੈ ਕਿਸਾਨਾਂ ਵਾਸਤੇ। ਜਿਹੜੇ ਵਿੱਚ ਵੜਨਾ ਚਾਹੁੰਦੇ ਉਹਨਾਂ ਨੇ ਕੀ ਕੀਤਾ? ਜੇ ਹਾਂ, ਉਹ ਉਹਨਾਂ ਦੀ ਉਮਰ ਨਹੀਂ ਹੋਣੀ, ਕਰਨਾ ਕੀ ਹੈ? ਉਹ ਅਗਲੀ ਗੱਲ, ਉਹ ਚੱਲੇ ਹੋਏ ਨੇ ਕਿਸ ਗੱਲ ਵਾਸਤੇ ਵੀ ਆਪਾਂ ਤਾਂ ਤਾਕਤ ਲੈਣੀ ਆ 2022 'ਚ। ਉਹ ਤਾਂ ਤੀਜੀ ਧਿਰ ਬਣਾਉਣ ਨੂੰ ਫਿਰਦੇ ਨੇ। ਤੁਸੀਂ ਅੱਜ ਮੈਂ ਤੁਹਾਨੂੰ ਦੱਸਣਾ, ਤੀਜੀ ਧਿਰ ਬਣਾਉਣ ਨੂੰ ਫਿਰਦੇ ਨੇ ਉਹ ਵੀ। ਅਸੀਂ ਤੀਜੀ ਕਿਸਾਨੀ ਦੇ ਸਹਾਰੇ ਬਣਾਉਣਾ ਚਾਹੁੰਦੇ ਨੇ। ਉਹਨਾਂ ਨੇ ਪਤਾ ਨਹੀਂ ਤੁਸੀਂ ਢਾਲ ਆ ਰਹੇ ਹੋ। ਉਹ ਭਾਈ ਜੇ ਤੁਸੀਂ ਆਪਦਾ ਫਾਇਦਾ ਵੀ ਲੈਣਾ ਹੈ, ਤੁਸੀਂ ਉਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਮਾਰਨ ਵਾਲੀ ਗੱਲ ਨਾ ਕਰੋ ਵੀ ਮੁਰਗੀ ਨੂੰ ਮਾਰ ਦਿਓ ਅੰਡੇ, ਫਿਰ ਅੰਡੇ ਉਂਡੇ ਨਹੀਂ ਮਿਲਣੇ। ਜੇ ਇਹਨਾਂ ਨੂੰ ਕੋਈ ਤਾਕਤ ਵੀ ਮਿਲਣੀ ਆ ਮੰਨ ਲਓ ਕਿਸਾਨੀ 'ਚੋਂ, ਕਿਸਾਨੀ ਅੰਦੋਲਨ ਢਾਹ ਕੇ ਨਹੀਂ ਮਿਲਣੀ। ਕਿਸਾਨੀ ਅੰਦੋਲਨ ਚੱਲੇ, ਕਿਸਾਨੀ ਅੰਦੋਲਨ ਜਿੱਤੇ, ਤਿੰਨੇ ਬਿੱਲ ਵਾਪਸ ਹੋਣ, ਫਿਰ ਇਹਨਾਂ ਨੂੰ ਤਾਕਤ ਮਿਲੂਗੀ। ਨਹੀਂ ਮਿਲਣੀ, ਇਹ ਭੁਲੇਖੇ 'ਚ ਨੇ। ਇਹ 26 ਨੂੰ ਜੋ ਇਹਨਾਂ ਨੇ ਕਰਿਆ ਉਹਦੇ ਨਾਲ ਇਹਨਾਂ ਨੂੰ ਤਾਕਤ ਨਹੀਂ ਮਿਲੀ। ਇਹ ਰੌਲਾ ਜਿੰਨਾ ਮਰਜ਼ੀ ਪਾ ਲੈਣ, ਇਹਨਾਂ ਨੂੰ ਤਾਕਤ ਨਹੀਂ ਮਿਲੀ। ਇਹਨਾਂ ਦੀ ਇੱਕ ਜਗ੍ਹਾ 'ਤੇ ਕੌਨਸਨਟਰੇਟ ਜ਼ਰੂਰ ਹੋ ਗਈ ਉਹ ਤਾਕਤ। ਤਾਕਤ ਹੁੰਦੀ ਹੈ ਜਨਤਾ ਦੀ, ਤਾਕਤ ਹੁੰਦੀ ਹੈ ਲੋਕਾਈ ਦੀ। ਲੋਕਾਈ ਇਹਨਾਂ ਦੇ ਨਾਲ ਕਦੇ ਖੜੀ ਨਹੀਂ ਹੋਈ ਉੱਠ ਕੇ। ਆ ਮਹਾਰਾਜ 'ਚ ਰੈਲੀ ਕਰੀ ਸੀ, ਤੁਸੀਂ ਦੇਖ ਲੈਂਦੇ ਵੀ ਮਹਾਰਾਜ ਦੀ ਰੈਲੀ ਦਾ ਅਤੇ ਜਗਰਾਉਂ ਦੀ ਰੈਲੀ ਦਾ ਕੀ ਫਰਕ ਸੀ। ਮਹਾਰਾਜ ਅਤੇ ਬਰਨਾਲੇ ਵਾਲੀ ਰੈਲੀ ਦਾ ਕੀ ਫਰਕ ਸੀ। ਮਹਾਰਾਜ ਤਾਂ ਪੂਰਾ ਜ਼ੋਰ ਲੱਗਿਆ ਹੋਇਆ ਸੀ ਨਾ ਇਹਨਾਂ ਦਾ। ਜਿਹੜੇ ਸਾਰੇ ਜਿਹੜੇ ਕਹਿੰਦੇ ਤੁਸੀਂ ਵੀ ਇਹਨੂੰ ਲਾਓ ਵਿਅਕਤੀ ਵਿਸ਼ੇਸ਼ ਵਾਲੇ ਸਾਰੇ ਹੀ ਲੱਗੇ ਹੋਏ ਸੀ। ਫਿਰ ਗਿਣ ਲਓ, ਫਿਰ ਪਤਾ ਲੱਗ ਜੂਗਾ ਤੁਹਾਨੂੰ। ਸੋ ਇਸ ਕਰਕੇ ਆਪਾਂ ਉਹਨਾਂ ਨੂੰ ਨਿੰਦੇ ਨਹੀਂ ਹੈਗੇ, ਆਪਾਂ ਉਹਨਾਂ ਨੂੰ ਕੁਛ ਨਹੀਂ ਕਹਿੰਦੇ, ਪਰ ਕਿਸਾਨੀ ਅੰਦੋਲਨ ਨੂੰ ਕਿਸਾਨੀ ਅੰਦੋਲਨ ਰਹਿਣ ਦਿਓ, ਉਹਨੂੰ ਆਪਣੇ ਤਰੀਕੇ ਨਾਲ ਲੜਨ ਦਿਓ। ਅਗਲੀ ਗੱਲ ਲਾਸਟ ਮੈਂ ਇਹ ਕਹਿਣੀ ਚਾਹੁੰਦਾ ਵੀ ਜੇ ਕੋਈ ਇਹ ਬੰਦਾ ਸੋਚੇ ਇਹ ਖਾਮ ਖਿਆਲੀ ਹੋਏਗੀ ਕਿ ਅਸੀਂ ਘੋੜਿਆਂ 'ਤੇ ਚੜ੍ਹ ਕੇ, ਅਸੀਂ ਤਲਵਾਰਾਂ ਘੁਮਾ ਕੇ, ਅਸੀਂ ਗੱਤਕਾ ਖੇਡ ਕੇ, ਇਹ ਆਪਣਾ ਉਹਦਾ ਆਪਣੀ ਮਹੱਤਤਾ ਹੈ ਵੀ ਅਸੀਂ ਭਾਰਤ ਸਰਕਾਰ ਨੂੰ ਹਰਾ ਲਾਂਗੇ ਲਾਠੀਆਂ ਚੁੱਕ ਕੇ, ਜਿਵੇਂ RSS ਵਾਲੇ ਚੁੱਕੀ ਫਿਰਦੇ ਹੁੰਦੇ ਨੇ। ਇਹ ਭਾਰਤ ਦੀ ਨਾ ਸਟੇਟ ਇੰਨੀ ਸੌਖੀ ਨਹੀਂ ਹਰਾਉਣੀ। ਜੇ ਇੰਨੀ ਸੌਖੀ ਹੁੰਦੀ ਤਾਂ ਪਾਕਿਸਤਾਨ ਨੇ ਹੁਣ ਨੂੰ ਕਬਜ਼ਾ ਕਰ ਲਿਆ ਹੁੰਦਾ, ਚੀਨ ਨੇ ਕਬਜ਼ਾ ਕਰ ਲਿਆ ਹੁੰਦਾ। ਉਹਨਾਂ ਕੋਲ ਬਹੁਤ ਹਥਿਆਰ ਨੇ, ਇੰਨਾ ਸੌਖਾ ਨਹੀਂ ਹੈ। ਪਰ ਸੋ ਜਿਹੜੀ ਸਟੇਟ ਨੂੰ ਤੁਸੀਂ ਹਥਿਆਰਾਂ ਨਾਲ ਨਹੀਂ ਹਰਾ ਸਕਦੇ। ਤੁਸੀਂ ਦੇਖਦੇ ਨਾ ਆਪਣਾ ਛੋਟਾ ਜਿਹਾ ਜਿਹੜਾ ਜਵਾਕ ਹੁੰਦਾ ਘਰ 'ਚ, ਉਹ ਕਹਿੰਦਾ ਚੰਗਾ ਫਿਰ ਮੈਂ ਰੋਟੀ ਨਹੀਂ ਖਾਂਦਾ, ਕਰਦਾ ਨਾ ਉਹ ਗੁੱਸਾ। ਉਹ ਕੀ ਹੈ, ਉਹਨੂੰ ਪਤਾ ਵੀ ਮਾਂ ਬਾਪ ਨੂੰ ਮੈਂ ਕੁੱਟ ਤਾਂ ਸਕਦਾ ਨਹੀਂ ਬਰਾਬਰ, ਕਮਜ਼ੋਰ। ਟਾਈਮ ਬਹੁਤ ਜ਼ਿਆਦਾ ਹੋ ਰਿਹਾ। ਮੇਰਾ ਇੱਕ ਹੋਰ ਸਵਾਲ ਹੈ, ਆਪਾਂ ਉਹ ਰਜਿਸਟਰ ਦੀ ਗੱਲ ਕੀਤੀ ਸੀ, ਮੈਂ ਹੁਣੇ ਮਤੇ ਗਿਣਾਏ ਹੈਗੇ ਨੇ, 32 ਜਥੇਬੰਦੀਆਂ ਦੇ ਸਾਈਨ ਵੀ ਹੈਗੇ ਨੇ। ਕੀ ਵਾਕਈ ਲੱਖੇ ਸਾਣੇ ਉਸ ਉੱਪਰ ਸਾਈਨ ਨਹੀਂ ਕਰਨੇ ਸੀ? ਜੇ ਉਸ ਪਰ 3 ਮੈਂਬਰ ਕਮੇਟੀ ਕੱਢੀ ਜਾਂਦੀ ਹੈ, ਉਸ ਨਾਲ ਜ਼ਿੰਮੇਵਾਰੀ ਲਗਾਈ ਜਾਂਦੀ ਹੈ, ਪਰ ਉਹ ਸਿਰੇ ਗੱਲ ਚੜੀ ਨਹੀਂ ਕਿ ਲੱਖਾ ਕਿਸਾਨ ਸਿੱਧ ਮੋਰਚੇ ਜਾ ਕੇ ਬੋਲੂਗਾ, ਸਿਰੇ ਗੱਲ ਚੜੀ ਨਹੀਂ, ਵਾਪਸ ਚਲਾ ਗਿਆ ਪੰਜਾਬ ਨੂੰ। ਕਿ ਵਾਕਈ ਉਹ ਰਜਿਸਟਰ 'ਚ ਜੋ ਚੀਜ਼ਾਂ ਲਿਖੀਆਂ ਨੇ ਉਹ 'ਚ ਸਾਈਨ ਕਰਕੇ ਹੀ ਚੜ੍ਹਨਾ ਚਾਹੀਦਾ? ਕਿਉਂਕਿ ਮੈਂ ਤੁਹਾਨੂੰ ਯਾਦ ਲਾਦਾ ਸੁਰਜੀਤ ਸਿੰਘ ਫੂਲ ਜੀ ਨੂੰ ਵੀ ਮਾਫੀ ਪਹਿਲਾਂ ਸਸਪੈਂਡ ਕੀਤਾ, ਬਾਅਦ 'ਚ ਮਾਫੀ ਮੰਗਾ ਕੇ ਵਾਪਸ ਲਿਆ ਗਿਆ ਸੀ। ਦੇਖੋ ਮੇਰਾ ਇੱਕ ਸਮਝ ਆ ਮੋਟੀ ਸਮਝ ਇਹ ਹੈ, ਪਹਿਲੀ ਗੱਲ ਤਾਂ ਜਿਹੜਾ ਲੱਖਾ ਸਿਧਾਂ ਉੱਥੇ ਗਿਆ, ਜਿਹੜਾ ਉਹ ਵਾਪਸ ਗਿਆ, ਜਿਹੜਾ ਉਹ ਸਾਰਾ ਹੈਗਾ ਵੀ ਉਹਨੇ ਜੀ ਪੁਲਿਸ ਨੇ ਫੜ ਲਿਆ, ਉਹ ਪੁਲਿਸ ਸੀ ਨਹੀਂ ਸੀ, ਉਹ ਸੱਚੀ ਮੁੱਚੀ ਦਿੱਲੀ ਦੀ ਪੁਲਿਸ ਸੀ, ਇਹ ਬਹੁਤ ਕੁਝ ਸਵਾਲ ਨੇ। ਕਿਉਂਕਿ ਦਿੱਲੀ ਦੀ ਪੁਲਿਸ ਫੜੇਗੀ, ਅੰਬਾੜੇ ਕੁੱਟ ਕੇ ਕਿਉਂ ਸੁੱਟ ਕੇ ਜਾਏਗੀ ਕਿਸੇ ਨੂੰ? ਠੀਕ ਹੈ ਨਾ, ਉਹ ਸਵਾਲ ਨੇ, ਉਹ ਸਵਾਲ ਸੋਲਵ ਹੋਣੇ ਚਾਹੀਦੇ ਨੇ ਜੇ ਦੇਖਣਾ। ਨਹੀਂ ਤਾਂ ਬਹੁਤ ਕੁਛ। ਸਾਡੇ ਇੱਕ ਬੰਦਾ ਸੀ, ਉਹ ਜੀ ਮੇਰੇ ਪਿੱਛੇ ਤਾਂ ਪੁਲਿਸ ਲੱਗ ਗਈ, ਮੈਨੂੰ ਤਾਂ ਉੱਥੇ ਜਲੰਧਰ ਦੇ ਬੱਸ ਸਟੈਂਡ 'ਤੇ ਫੜ ਲਿਆ, ਮੈਨੂੰ ਤਾਂ ਕੁੱਟ ਕੇ ਟੋਏ 'ਚ ਸੁੱਟ ਗਏ, ਸਾਰੇ ਝੂਠ ਸੀ। ਮੈਂ ਇਹ ਕਹਿਣਾ ਵੀ ਜਿਹੜਾ ਲੱਖੇ ਸਿਧਾਂਤ ਦੇ ਚਾਚੇ ਦੇ ਬੇਟੇ ਨੂੰ ਫੜਿਆ ਹੈ ਵੀ ਅਸੀਂ ਜੀ, ਮੈਂ ਪੰਜਾਬੀ ਯੂਨੀਵਰਸਿਟੀ ਪੇਪਰ ਦੇਣ ਆ ਰਿਹਾ ਸੀ ਲਾਅ ਦਾ, ਪਤਾ ਤੁਹਾਨੂੰ ਇਸ ਕਹਾਣੀ ਦਾ ਨਾ? ਅਤੇ ਵੀ ਮੈਨੂੰ ਰਸਤੇ 'ਚ ਫੜ ਲਿਆ, ਪਟਿਆਲੇ ਤੋਂ ਯੂਨੀਵਰਸਿਟੀ ਤੱਕ ਵਿਚਾਲਿਓਂ ਪੁਲਿਸ ਨੇ ਮੈਨੂੰ ਚੁੱਕ ਲਿਆ ਵੀ ਮੈਂ ਕਿਸੇ ਨਾਲ ਆ ਰਿਹਾ ਸੀ, ਉਹਨੇ ਮੈਨੂੰ ਕੁੱਟ ਕੇ ਉੱਥੇ ਸੁੱਟ ਗਈ ਅੰਬਾੜੇ। ਇਹ ਜਿਹੜੀ ਘਟਨਾ ਨਾ, ਮੈਨੂੰ ਇਹ ਕੋਈ ਹਜਮ ਹੋਣੀ ਔਖੀ ਆ। ਕਿਉਂਕਿ ਜੇ ਦਿੱਲੀ ਦੀ ਪੁਲਿਸ ਉਹਨੂੰ ਚੱਕੇਗੀ ਨਾ, ਫਿਰ ਐਂ ਨਹੀਂ ਸੁੱਟ ਕੇ ਜਾਂਦੀ ਦਿੱਲੀ ਦੀ ਪੁਲਿਸ ਉਹਨੂੰ ਦਿੱਲੀ ਪੁਲਿਸ ਨੂੰ ਡਰ ਕੀ ਹੈ ਜਦ ਉਹਨੇ ਚੁੱਕੀ ਲਿਆ? ਐਂ ਨਹੀਂ ਸੁੱਟ ਕੇ ਜਾਂਦੀ ਹੁੰਦੀ ਕਦੀ ਵੀ ਪੁਲਿਸ, ਐਂ ਕਦੀ ਨਹੀਂ ਕਰਦੀ। ਉਹਨੇ ਉਹ ਤੋਂ ਕੀ ਲੈਣਾ? ਤੁਸੀਂ ਮੈਨੂੰ ਦੱਸੋ ਵੀ ਲੱਖੇ ਸਿਧਾਣੇ ਦੇ ਚਾਚੇ ਦੇ ਮੁੰਡੇ ਤੋਂ ਦਿੱਲੀ ਦੀ ਪੁਲਿਸ ਨੇ ਕੀ ਲੈਣਾ ਹੈ? ਉਹਨੂੰ ਕੀ ਮਤਲਬ ਉਹਦੇ ਚੋਂ ਬੈਨੀਫਿਟ? ਕੋਈ ਕਾਰਨ ਤਾਂ ਦੱਸੇ ਨਾ।
ਸੋ ਉਹਦੇ 'ਚ ਕੋਈ ਕਾਰਨ ਨਹੀਂ ਬਣਦਾ। ਜੇ ਆਪਾਂ ਊਂ ਹੀ ਕਹਿਣਾ ਫਿਰ ਤਾਂ ਜੋ ਮਰਜ਼ੀ ਕਹਿ ਦਈਏ। ਸੋ ਇੱਕ ਤਾਂ ਇਹ ਇਨਵੈਸਟੀਗੇਟ ਕਰਨ ਦੀ ਲੋੜ ਹੈ ਵੀ ਕਹਾਣੀ ਕੀ ਹੈ। ਫਿਰ ਲੱਖਾ ਸਿਧਾਣਾ ਰਾਤ ਨੂੰ ਵਾਪਸ ਆਇਆ ਉੱਥੋਂ ਵੀ ਮੈਂ ਆਪਣੇ ਚਾਚੇ ਦੇ ਮੁੰਡੇ ਦਾ ਪਤਾ ਕਰਨਾ ਹੈ। ਪਹਿਲਾਂ ਤਾਂ ਕਦੇ ਉਸ ਚਾਚੇ ਦੇ ਮੁੰਡੇ ਦਾ ਨਾਮ ਨਹੀਂ ਆਇਆ ਕਿਤੇ, ਪਹਿਲਾਂ ਤਾਂ ਕਦੇ ਸੁਣਿਆ ਨਹੀਂ। ਔਰ ਉਹ ਆਪ ਹੀ ਕਹਿੰਦਾ ਵੀ ਮੈਂ ਤਾਂ ਆਪਦਾ ਪੇਪਰ ਦੇਣ ਚੱਲਿਆ ਸੀ। ਲੱਖਾ ਸਿਧਾਣਾ ਦਿੱਲੀ ਚੱਲਿਆ, ਉਹਦਾ ਚਾਚੇ ਦਾ ਮੁੰਡਾ ਤਾਂ ਪੇਪਰ ਦੇਣ ਜਾ ਰਿਹਾ ਯਾਰ ਆਪਦਾ ਲੜਵੀ ਦਾ ਜਾਂ ਦੋ ਵੀ ਲਾ ਲਾ। ਆਪਾਂ ਫਰਕ ਸਮਝੀਏ। ਸੋ ਇਹ ਕਹਾਣੀ ਨਾ ਕਿਤੇ ਜੁੜਦੀ ਨਹੀਂ ਹੈ। ਇਹ ਕਹਾਣੀ ਜੋੜਨ ਦੀ ਲੋੜ ਆ, ਦੇਖਣ ਦੀ ਲੋੜ ਆ, ਪਹਿਲੀ ਗੱਲ। ਦੂਜੀ ਗੱਲ, ਜਦੋਂ ਲਿਖਤ ਹੈਗੀ ਸੀ, ਜੇ ਲੱਖਾ ਸਿਧਾਣਾ ਚਲੋ ਮੰਨ ਲਓ ਉਦੋਂ ਨਹੀਂ ਮਿਲਿਆ, ਜੋ ਦਿਨੋਂ ਸਾਫੋ ਕਹਿੰਦਾ ਲਿਆਓ ਜੀ ਜਦ ਮਰਜ਼ੀ ਸਾਈਨ ਕਰਾ ਲਓ, ਕਮਿਟਮੈਂਟ ਹੈ ਨਾ। ਜੇ ਉਹ ਸਾਈਨ ਕਰਨ ਤੋਂ ਨਾ ਕਰਦਾ ਤੇ ਫਿਰ ਅੰਡਰਸਟੂਡ ਹੈ ਵੀ ਉਹ ਕਹਿੰਦਾ ਮੈਂ ਨਹੀਂ ਇਹ ਐਗਰੀ ਕਰਦਾ, ਮੈਨੂੰ ਨਹੀਂ ਇਹ ਮਨਜ਼ੂਰ। ਜੇ ਉਹਨੂੰ ਨਹੀਂ ਮਨਜ਼ੂਰ ਫਿਰ ਆਉਂਦਾ ਕਿਉਂ ਆ? ਤੇ ਇਸ ਕਰਕੇ ਇਹ ਜਿਹੜੀ ਲਿਖਤ ਹੈ, ਇਹ ਜਿਹੜੀ ਲਿਖਤ ਦੇ ਉੱਤੇ ਜਿੰਨਾ ਚਿਰ ਜਿਹੜੀ ਸਾਈਨ ਕੋਈ ਸਮਝੌਤੇ ਹੁੰਦੇ ਨੇ ਅਸੂਲਾਂ ਦੇ ਅਨੁਸਾਰ, ਜੇ ਅਸੂਲ ਨਹੀਂ ਹੈਗੇ ਤਾਂ ਉਹ ਸਮਝੌਤੇ ਦਾ ਕੋਈ ਫਾਇਦਾ ਨਹੀਂ। ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਜੇ ਤੁਸੀਂ ਮਨ ਸਾਫ਼ ਨਹੀਂ ਕਰਦੇ, ਦੁਬਦਾ ਦੂਰ ਕਰੋ ਲਿਵ ਲਾਏ, ਦੁਬਦਾ ਦੂਰ ਕਰਨੀ ਪੈਂਦੀ ਹੈ। ਜੇ ਦੁਬਦਾ ਤੁਹਾਡੇ ਮਨ 'ਚ ਵੀ ਯਾਰ ਇਹ ਕਰਾਂ ਨਾ ਕਰਾਂ, ਫਿਰ ਤਾਂ ਗੜਬੜ ਹੋਣੀ। ਇੱਕ ਲਾਸਟ ਕਹਾਣੀ ਸੁਣਾ ਕੇ ਛੱਡ ਦਿੰਦਾ। ਪ੍ਰਤਾਪ ਸਿੰਘ ਕੈਰੋਂ ਜਾ ਰਹੇ ਸੀ, ਉਦੋਂ ਗੱਡੀਆਂ ਹਵਾਈ ਜਹਾਜ਼ਾਂ 'ਚ ਨਹੀਂ ਜਾਂਦੇ ਸੀ ਮੁੱਖ ਮੰਤਰੀ, ਕਾਰ 'ਚ ਹੀ ਜਾਂਦੇ ਸੀ। ਅੱਗੇ ਇੱਕੋ ਕਰਨਾਲ ਦੇ ਲਾਗੇ ਨਾ ਸਾਹਾ ਆ ਗਿਆ, ਜਿਹਨੂੰ ਖਰਗੋਸ਼ ਕਹਿੰਦੇ ਨੇ, ਤੇ ਉਹ ਮਰ ਗਿਆ। ਤੇ ਕੈਰੋਂ ਆਪਦੇ ਡਰਾਈਵਰ ਨੂੰ ਪੁੱਛਦਾ, ਉਹਨੇ ਦੇਖ ਲਿਆ, ਕਹਿੰਦਾ ਮਰ ਗਿਆ ਕਿ ਬਚ ਗਿਆ? ਕਹਿੰਦਾ ਜੀ ਮਰ ਗਿਆ। ਕਹਿੰਦਾ ਇਹਨੇ ਮਰਨਾ ਹੀ ਸੀ। ਕਹਿੰਦਾ ਕਿਉਂ? ਕਹਿੰਦਾ ਜਿਹੜਾ ਸੜਕ ਦੇ ਵਿਚਾਲੇ ਆ ਕੇ ਖੜ ਗਿਆ ਉਹਨੂੰ ਤਾਂ ਮਰਨਾ ਹੀ ਹੈ, ਪਿੱਛੇ ਮੁੜ ਜਾਂਦਾ ਜਾਂ ਅੱਗੇ ਜਾਂਦਾ। ਸੋ ਜਿਹੜਾ ਬੰਦਾ ਵਿੱਚ ਵਿਚਾਲੇ ਖੜ ਗਿਆ ਵੀ ਮੈਂ ਕਰਾਂ ਨਾ ਕਰਾਂ, ਕਰਾਂ ਨਾ ਕਰਾਂ, ਜਾਣਾ ਵੀ ਹੈ ਉੱਥੇ, ਸਾਈਨ ਵੀ ਨਹੀਂ ਕਰਨੇ, ਉਹ ਤਾਂ ਫਿਰ ਵਿੱਚ ਵਿਚਾਲੇ ਵਾਲੀ ਗੱਲ ਹੋ ਗਈ ਨਾ। ਡਾਕਟਰ ਸਾਹਿਬ ਇੱਕ ਆਖਰੀ ਸਵਾਲ ਹੈ ਤੁਹਾਨੂੰ ਇਹੀ ਹੈ, ਸਾਰੀਆਂ ਗੱਲਾਂ ਦੇਖੀਆਂ ਤੁਸੀਂ, ਸਾਰੀਆਂ ਚੀਜ਼ਾਂ ਦੇਖੀਆਂ ਨੇ, ਹਰ ਇੱਕ ਵਿਅਕਤੀ ਦੇ ਨਾਮ ਲੈ ਕੇ ਬੋਲੇ ਹੋ, ਫਿਰ ਕਿਤੇ ਨਾ ਕਿਤੇ ਕੰਟਰੋਵਰਸੀ ਹੋ ਜਾਂਦੀ ਹੈ, ਫਿਰ ਤੁਹਾਡੇ ਖਿਲਾਫ ਇੱਕ ਜੋ ਚੀਜ਼ਾਂ ਬੋਲਤੀਆਂ ਕਮੈਂਟ ਵੀ ਉਹੀ ਲਗਾਤਾਰ ਆ ਜਾਂਦੇ ਨੇ, ਚੀਜ਼ਾਂ ਨਹੀਂ ਬੋਲਣੀਆਂ ਚਾਹੀਦੀਆਂ, ਇਹ ਚੀਜ਼ਾਂ ਨਹੀਂ ਬੋਲਣੀਆਂ ਚਾਹੀਦੀਆਂ, ਡਾਕਟਰ ਸਾਹਿਬ ਨੂੰ ਦੇਖਣਾ ਚਾਹੀਦਾ, ਉਮਰ ਦਾ ਤਕਾਜ਼ਾ ਕਰਨਾ ਚਾਹੀਦਾ। ਇਹ ਚੀਜ਼ਾਂ ਇਹ ਹੋਣਗੀਆਂ, ਤੁਸੀਂ ਇੰਟਰਵਿਊ ਮੇਰੇ ਨਾਲ ਕਰ ਰਹੇ ਹੋ, ਚੀਜ਼ਾਂ ਲਗਾਤਾਰ ਹੋਣਗੀਆਂ, ਫਿਰ ਤੁਹਾਨੂੰ ਵੀ ਬਾਬਾ ਪ੍ਰੈਸ਼ਰ ਪਏਗਾ ਕਿ ਕਿਉਂ ਚੀਜ਼ਾਂ ਬੋਲੀਆਂ। ਕੋਈ ਬੁੱਧੀਜੀਵੀ ਬੋਲਦੇ ਨੇ, ਤੁਹਾਡੇ ਸਾਥੀ ਵੀ ਬੋਲਣਗੇ ਨਾਲ। ਇਹ ਚੀਜ਼ਾਂ ਡਾਕਟਰ ਸਾਹਿਬ ਤੁਸੀਂ ਕੈਮਰੇ ਅੱਗੇ ਨਹੀਂ ਕਹਿਣੀਆਂ ਸੀ ਜੋ ਚੀਜ਼ਾਂ ਕਹਿ ਰਹੇ ਹੋ। ਫਿਰ ਲੱਗਦਾ ਕਿ ਸੱਚ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਦੇਖੋ ਮੈਨੂੰ ਮੋਟੀ ਗੱਲ ਇਹ ਹੈ ਵੀ ਮੈਂ ਜੀਵਨ 'ਚ ਨਾ ਹਮੇਸ਼ਾ ਹੀ ਐਂ ਬੋਲਦਾ ਹਾਂ, ਔਰ ਇਹ ਕੱਢੀਆਂ ਇਸ ਤਰ੍ਹਾਂ ਨਹੀਂ, ਮੇਰੀਆਂ ਬਥੇਰੀਆਂ ਮੈਂ ਬੜੀ ਤਰ੍ਹਾਂ ਦੀਆਂ ਇੰਟਰਵਿਊਆਂ ਦਿੱਤੀਆਂ ਨੇ, ਠੀਕ ਹੋ ਗਿਆ। ਸੋ ਇਸ ਕਰਕੇ ਮੈਨੂੰ ਇਸ ਗੱਲ ਦਾ ਨਾ ਤਾਂ ਡਰ ਹੈ, ਮੈਨੂੰ ਪਤਾ ਜਿਹਨੇ ਗਾਲਾਂ ਕੱਢਣੀਆਂ ਉਹ ਕੱਢਣੀਆਂ ਜਾਂ ਜੇ ਕਿਸੇ ਨੇ ਮੇਰੇ ਗੋਲੀ ਮਾਰਨੀ ਤਾਂ ਮਾਰ ਦੇਣੀ ਹੈ। ਮੈਂ 73 ਸਾਲ ਦੀ ਉਮਰ ਤੋਂ ਰਹਿਣਾ ਕੀ ਹੈ ਜੇ ਮੈਂ ਆਪਣੇ ਅਸੂਲ ਛੱਡ ਕੇ, ਜੇ ਮੈਂ ਆਪਣੀ ਜਿਹੜਾ ਤੁਸੀਂ ਕਹਿੰਦੇ ਨਾਮ, ਹੁਣ ਜਿਹੜਾ ਨਾਮ ਮੈਂ ਗੋਲ ਗੱਲ ਕਰੀ ਜਾਵਾਂ, ਵਿਅਕਤੀ ਵਿਸ਼ੇਸ਼ ਕੌਣ ਹੈ? ਇਹ ਇਹੀ ਜੀ ਡਿਪਲੋਮੇਸੀ ਨਹੀਂ ਕਰੀ ਦੀ ਹੁੰਦੀ। ਗਿਆ ਕੌਣ ਆ ਉੱਥੇ ਜੱਥਾ ਲੈ ਕੇ? ਪੁਲਿਸ ਦਿੱਲੀ ਦੀ ਨੇ ਕਿਹਨੂੰ ਫੜਿਆ? ਹੁਣ ਇਹ ਮਤਲਬ ਕੋਈ ਲੋਕ ਬੇਵਕੂਫ ਨੇ, ਲੋਕ ਬੱਚੇ ਨੇ ਵੀ ਮੇਰੀ ਗੱਲ ਨਹੀਂ ਸਮਝਣਗੇ ਵੀ ਮੈਂ ਮਤਲਬ ਮੈਂ ਉਹ ਫਿਰ ਉਹਨਾਂ ਨੂੰ ਪਤਾ ਨਹੀਂ ਲੱਗੂ ਵੀ ਜਿਹੜਾ ਇਹ ਉਹਨਾਂ ਬਾਰੇ ਕਹਿੰਦਾ ਆਪ ਵੀ ਉਹੋ ਜਿਹਾ ਹੀ ਹੈ, ਆਪ ਵੀ ਡਰਦਾ ਹੀ ਹੈ ਅੰਦਰੋਂ, ਗੋਲ ਕਰਕੇ ਗੱਲ ਕਹਿੰਦਾ। ਗੋਲ ਕਰਕੇ ਹੀ ਤਾਂ ਫਰਕ ਹੁੰਦਾ। ਤੁਸੀਂ ਸ਼ਬਦ ਮੈਨੂੰ ਦੱਸੋ, ਇੱਕ ਵੀ ਸ਼ਬਦ ਮੈਂ ਇਹਨਾਂ ਬਾਰੇ ਮਾੜਾ ਵਰਤਿਆ ਹੋਵੇ? ਕੋਈ ਕਹੇ। ਮੈਂ ਬਲਕਿ ਕਿਹਾ ਵੀ ਇਹ ਆਪਦਾ ਆਜ਼ਾਦੀ ਨਾਲ ਲੜਾਈ ਲੜ ਸਕਦੇ ਨੇ, ਲੜਨ, ਪਰ ਕਿਸਾਨਾਂ 'ਚ ਕਿਉਂ ਜਾਂਦੇ ਨੇ? ਇਹ ਮੈਂ ਹੁਣ ਵੀ ਕਹਿਣਾ ਅਤੇ ਮੈਂ ਕਹਿੰਦਾ ਰਹਾਂਗਾ। ਜਿੰਨਾ ਚਿਰ ਮੇਰੇ 'ਚ ਸਾਹ ਨੇ ਉਨਾ ਚਿਰ ਮੈਂ ਇਹ ਕਹਾਂਗਾ, ਕਹਿੰਦਾ ਰਹਾਂਗਾ। ਜਿਹਨੇ ਮੈਨੂੰ ਜੋ ਕਰਨਾ ਕਰ ਲਵੇ। ਤੇ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਡਾਕਟਰ ਪਿਆਰੇ ਲਾਲ ਗਰਗ। ਇੰਟਰੋ ਕਰਨ ਦਾ ਮਕਸਦ ਇਹ ਸੀ ਕਿ ਸਮਝਣ ਦੀ ਲੋੜ ਹੈ, ਇੱਥੇ ਕੋਈ ਚੀਜ਼ਾਂ ਸਮਝਣ ਦੀ ਲੋੜ ਹੈ, ਉਸ ਤੋਂ ਬਾਅਦ ਕਹਿੰਦੇ ਰਿਐਕਸ਼ਨ ਹੋਣਾ ਚਾਹੀਦਾ। ਕਿਸਾਨੀ ਮੋਰਚੇ ਦੇ ਵਿੱਚ ਜੇ ਕਿਸੇ ਨੇ ਪਾਰਟੀ ਕੋਈ ਕੱਢਣੀ ਆਪਦੀ ਲੱਗ ਕੱਢ ਸਕਦਾ ਹੈ, ਪੰਜਾਬ 'ਚ ਸਟੇਜਾਂ ਲਗਾ ਸਕਦਾ, ਉਸ ਨੂੰ ਕਿਸੇ ਨੂੰ ਕੋਈ ਸਮੱਸਿਆ ਨਹੀਂ, ਚਾਹੇ ਉਹਦੇ ਨਾਲ ਪੂਰਾ ਪੰਜਾਬ ਹੈਗਾ। ਕਿਸਾਨਾਂ ਦਾ ਮੋਰਚਾ ਜੇ ਕੱਲ੍ਹ ਨੂੰ ਫਿਰ ਕੋਈ 50,000 5,000 2,000 10,000 ਵਿਅਕਤੀ ਲੈ ਕੇ ਕਿਸਾਨਾਂ ਦੇ ਮੋਰਚੇ ਵਿੱਚ ਜਾ ਕੇ ਕਹੂਗਾ ਕਿ ਮੇਰੇ ਪਿੱਛੇ ਇੰਨੇ ਵਿਅਕਤੀ ਨੇ, ਤੁਸੀਂ ਹੁਣ ਮੇਰੇ ਕਹਿਣ 'ਤੇ ਚੱਲੋਗੇ ਜਾਂ ਮੈਨੂੰ ਵਿੱਚ ਪਾਓ, ਜਾਂ ਜੋ ਮੈਂ ਕਹਾਂਗਾ ਮੇਰੀ ਸਲਾਹ ਲਈ ਜਾਵੇ ਜਾਂ ਮੇਰੇ ਨਾਲ ਮਸ਼ਵਰਾ ਕੀਤਾ ਜਾਵੇ, ਉਸ ਤੋਂ ਬਾਅਦ ਤੁਸੀਂ ਮੀਡੀਆ ਅੱਗੇ ਵੀ ਚੀਜ਼ਾਂ ਬੋਲ ਦਿੰਦੇ ਹੋ। ਡਾਕਟਰ ਸਾਹਿਬ ਨੇ ਉਹ ਚੀਜ਼ਾਂ ਕੀਤੀਆਂ ਨੇ। ਜੇ ਤੁਸੀਂ ਲੰਗਰ ਖਵਾ ਰਹੇ ਹੋ, ਉੱਥੇ ਤੁਹਾਡਾ ਕੰਮ ਲੰਗਰ ਖਵਾਉਣਾ, ਤੁਸੀਂ ਸਲਾਹ ਦੇ ਸਕਦੇ ਹੋ, ਪਰ ਮੀਡੀਆ ਦੇ ਥਰੂ ਨਹੀਂ, ਵੈਸੇ ਗੱਲਬਾਤ ਕਰ ਸਕਦੇ ਹੋ। ਪਰ ਜੇ ਤੁਸੀਂ ਸੋਸ਼ਲ ਮੀਡੀਆ 'ਤੇ ਚੀਜ਼ਾਂ ਪਾ ਦਿੰਦੇ ਹੋ ਤਾਂ ਉੱਥੇ ਸਮੱਸਿਆ ਆਉਂਦੀ ਹੈ। ਇਹ ਅੰਦੋਲਨ ਹੈ ਕਿਸਾਨਾਂ ਦਾ, ਕਿਸੇ ਹੋਰ ਨੇ ਅੰਦੋਲਨ ਨਹੀਂ ਲਗਾਇਆ। ਉਹ ਸਭ ਤੋਂ ਵੱਡਾ ਸਵਾਲ ਹੈ ਕਿ ਕਿਸਾਨਾਂ ਦੇ ਮੋਢੇ 'ਤੇ ਬੰਦੂਕ ਰੱਖ ਕੇ ਜੇ ਕਿਸੇ ਨੇ ਕੋਈ ਸਿਆਸੀ ਪਾਰਟੀ ਕੱਢਣੀ, ਉਹ ਗਲਤ ਹੈ। ਕਿਸੇ ਨੇ ਕੋਈ ਸਿਆਸੀ ਪਾਰਟੀ ਕੱਢਣੀ, ਉਹ ਆਪਣੀ ਇੱਥੇ ਕੱਢ ਸਕਦਾ। ਗੱਲਾਂ ਨੂੰ ਸਮਝਣ ਦੀ ਲੋੜ ਹੈ, ਸਵਾਲਾਂ ਨੂੰ ਘੋਕਣ ਦੀ ਲੋੜ ਹੈ। ਆਪਾਂ ਬਿਨਾਂ ਦੇਖੇ ਸੋਚੇ ਸਮਝੇ ਲਗਾਤਾਰ ਹੀ ਕਮੈਂਟ ਕਰ ਦਿੰਦੇ ਹਾਂ, ਗਾਲਾਂ ਵੀ ਕੱਢਣੀਆਂ ਸ਼ੁਰੂ ਕਰ ਦਿੰਦੇ ਹਾਂ, ਪਰ ਇਹ ਸਵਾਲ ਨੇ, ਇਹ ਉਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਿਹੜੇ ਹੈਗੇ ਨੇ ਉਹ ਮਿਲਣੇ ਲਾਜ਼ਮੀ ਨੇ।
ਅੱਗੇ ਨਾ ਅੱਗੇ ਜਾ ਕੇ 6 ਮਹੀਨੇ ਨਹੀਂ ਸਾਲ ਨੂੰ ਇਹ ਸਾਰੀਆਂ ਚੀਜ਼ਾਂ ਸਪਸ਼ਟ ਹੋ ਜਾਂਦੀਆਂ ਨੇ। ਪਰ ਕਿਸਾਨੀ ਮੋਰਚਾ ਚੱਲਿਆ, ਕੋਈ ਵੀ ਵਿਅਕਤੀ ਕੱਲ ਨੂੰ, ਫਿਰ ਮੈਂ ਦੁਬਾਰਾ ਦੁਹਰਾ ਰਿਹਾ ਕਿ 2-4 ਹਜ਼ਾਰ ਵਿਅਕਤੀ ਦਾ ਕਾਫਲਾ ਲੈ ਕੇ ਜਾਂਦਾ, ਉਹ ਕਹੂਗਾ ਕਿ ਮੈਨੂੰ ਤਾਂ ਕਿਸਾਨੀ ਮੋਰਚੇ ਨਾਲ ਲਾਓ, ਮੈਂ ਤਾਂ ਸਟੇਜ ਤੋਂ ਬੋਲੂੰਗਾ, ਉਹ ਗੱਲ ਗਲਤ ਹੈ। ਕਿਉਂਕਿ ਕੋਲ ਇਹਨਾਂ ਨੇ ਵੀ ਕੀਤੇ ਨੇ, ਇਹਨਾਂ ਨੇ ਵੀ ਸਪਸ਼ਟ ਗੱਲ ਕਹੀ ਹੈ। ਕੋਈ ਜੇ ਡਾਕਟਰਾਂ ਦੇ ਕਿਤੇ ਮੋਰਚਾ ਹੁੰਦਾ, ਕੋਈ ਇੰਜੀਨੀਅਰ ਆ ਕੇ ਸਮਝਾਵੇ ਕਿ ਮੈਂ ਦੱਸੂਗਾ ਵੀ ਘੋਲ ਕਿਵੇਂ ਚੱਲਣਾ ਹੈ, ਉਹ ਗੱਲ ਫਿੱਟ ਨਹੀਂ ਬੈਠਦੀ। ਫਿਰ ਉਹ ਘੋਲ ਵਿੱਚ ਮਦਦ ਕਰ ਸਕਦਾ ਹੈ, ਪਰ ਇਹ ਨਹੀਂ ਦੱਸੂਗਾ ਵੀ ਘੋਲ ਕਿਵੇਂ ਚੱਲਣਾ ਹੈ। ਉਵੇਂ ਕਿਸਾਨਾਂ ਦਾ ਹੀ ਕੋਲ ਹੈ। ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ, ਔਰ ਕਮੈਂਟ ਕਰਨ ਤੋਂ ਪਹਿਲਾਂ ਪੂਰੀਆਂ ਗੱਲਾਂ ਦੇ ਵਿਚਾਰ ਕਰਨਾ ਜੋ ਡਾਕਟਰ ਸਾਹਿਬ ਨੇ ਕਹੀਆਂ ਨੇ, ਫਿਰ ਵੀ ਤੁਸੀਂ ਕਮੈਂਟ ਕਰਨਾ।